ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਿਰਵਿਕਲਪਤਾ ਤੇ ਰਹਿਤ, ਸਭ ਮਹਿ ਮੋਹਿ ਸਰੂਪ। ਤੁਰਿਆ ਅਵਸਥਾ ਜਾਨੀਏ, ਤੁਰਿਆ ਤਤ ਅਨੂਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨਯੋਗ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਜਗਤ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਆਪ ਸੰਭੂ ਮਾਈ ਭਾਈ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਕੁਝ ਘੜੀਆਂ ਸਮਾਂ ਗੁਰੂ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰ ਰਹੇ ਹੋ। ਸਤਿਗੁਰਾਂ ਦੀ ਪਾਵਨ ਰੱਬੀ ਬਾਣੀ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਸਮਾਂ ਹੈ ਸਤਿਗੁਰਾਂ ਦੇ ਪਾਵਨ ਇਤਿਹਾਸ ਦੀ ਵਿਚਾਰ ਦਾ। ਇਤਿਹਾਸਕ ਵਿਚਾਰਾਂ ਦੇ ਨਾਲ ਨਾਲ ਅਧਿਆਤਮਿਕ ਵਿਚਾਰਾਂ ਚੱਲ ਰਹੀਆਂ ਨੇ, ਕਿਉਂਕਿ ਗੁਰਦੇਵ ਨੇ ਜਿੱਥੇ ਖਾਲਸੇ ਨੂੰ ਸ਼ਸਤਰ ਦਾ ਗਿਆਨ ਦਿੱਤਾ, ਉੱਥੇ ਸਤਿਗੁਰਾਂ ਨੇ ਸ਼ਾਸਤਰ ਦਾ ਗਿਆਨ ਵੀ ਦਿੱਤਾ। ਇਹ ਜੋ ਕਥਾ ਚੱਲ ਰਹੀ ਹੈ, ਇਹ ਸ਼ਾਸਤਰ ਦਾ ਗਿਆਨ ਹੈ। ਸਰੀਰ ਦੇ ਪਰਦਿਆਂ ਦਾ। ਭਾਈ ਦਇਆ ਸਿੰਘ ਜੀ ਕੋਲ ਸਿੰਘਾਂ ਨੇ ਬੇਨਤੀ ਕਰਕੇ ਕੁਝ ਸਵਾਲ ਕੀਤੇ ਹਨ। ਅਗਿਆਨ ਕੀ ਹੈ, ਅਵਿਦਿਆ ਕੀ ਹੈ, ਮਾਇਆ ਕੀ ਹੈ। ਜਾਗਰਤ ਸਵਪਨ ਤੇ ਸੁਖੋਪਤੀ ਕੀ ਹੈ, ਤੁਰਿਆ ਕੀ ਹੈ, ਮੂਰਛਾ ਕੀ ਹੈ, ਸਮਾਧੀ ਕੀ ਹੈ। ਇਹ ਕਥਾ ਆਪਾਂ ਪਿਛਲੇ ਪ੍ਰਕਰਣਾਂ ਵਿੱਚ ਵਿਚਾਰੀ। ਜਾਗਰਤ ਦਾ ਸਵਰੂਪ, ਜਿਹਦੇ ਵਿੱਚ 42 ਭਾਵ ਨੇ, 14 ਇੰਦਰੀਆਂ ਨੇ, 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ ਤੇ 4 ਅੰਤਸ਼ਕਰਨ ਦੀਆਂ ਬਿਰਤੀਆਂ। 14 ਹੀ ਉਹਨਾਂ ਦੇ ਵਿਸ਼ੇ ਨੇ ਤੇ 14 ਹੀ ਉਹਨਾਂ ਨੂੰ ਪ੍ਰਕਾਸ਼ਣ ਵਾਲੇ ਉਹਨਾਂ ਦੇ ਦੇਵ ਨੇ। 42 ਜਿੱਥੇ 42 ਦੇ 42 ਫੁਰਦੇ ਨੇ, ਉਹਨੂੰ ਜਾਗਰਤ ਅਵਸਥਾ ਕਹਿੰਦੇ। ਉਸ ਵਿੱਚ ਸਥੂਲ ਸਰੀਰ ਕਰਮ ਕਰਦਾ। ਜਿੱਥੇ 42 ਦੇ ਕੇਵਲ ਵਾਸ਼ਨਾ ਰਹਿ ਜਾਂਦੀ, ਜਿਹਨੂੰ ਸੰਸਕਾਰ ਕਹਿੰਦੇ ਹਨ, ਉਹ ਸਵਪਨ ਅਵਸਥਾ ਹੈ। ਉਹਦੇ ਵਿੱਚ ਸੂਖਸ਼ਮ ਸਰੀਰ ਕੰਮ ਕਰਦਾ। ਜਿੱਥੇ 42 ਦੇ 42 ਅਭਾਵ ਹੋ ਜਾਂਦੇ ਨੇ, ਕੁਝ ਵੀ ਨਹੀਂ ਰਹਿ ਜਾਂਦਾ, ਅਵਿਦਿਆ ਹੀ ਅਵਿਦਿਆ ਰਹਿ ਜਾਂਦੀ ਹੈ, ਉੱਥੇ ਕਾਰਨ ਸਰੀਰ ਰਹਿੰਦਾ ਤੇ ਸੁਖੋਪਤੀ ਦੀ ਅਵਸਥਾ ਉਸ ਨੂੰ ਕਹਿੰਦੇ ਆ। ਫਿਰ ਸਮਾਧੀ ਦੱਸੀ ਹੈ ਕਿ ਨਿਰਵਿਕਲਪ ਤੇ ਸਾਵਿਕਲਪ 2 ਪ੍ਰਕਾਰ ਦੀ ਸਮਾਧੀ ਹੈ। ਮੂਰਛਾ ਦੱਸੀ ਹੈ ਵੀ ਬੇਹੋਸ਼ੀ, ਮੂਰਛਾ ਦੀ ਹਾਲਤ ਵਿੱਚ ਉਸ ਵੇਲੇ ਜਿਹੜਾ ਕੰਮ ਕਰਦਾ ਹੈ ਅਭਿਮਾਨੀ ਜੀਵ, ਉਸ ਨੂੰ ਵਿਸ਼ਵ ਕਹਿੰਦੇ ਹਨ। ਜਾਗਰਤ ਵਿੱਚ ਵਿਸ਼ਵ ਹੈ, ਸਵਪਨ ਵਿੱਚ ਤੈਜਸ ਹੈ। ਇਸੇ ਤਰ੍ਹਾਂ ਸੁਖੋਪਤੀ ਦੀ ਅਵਸਥਾ ਦੇ ਵਿੱਚ ਪਰਾਗ ਹੈ। ਇਹ ਕੁਝ ਸੂਖਸ਼ਮ ਵਿਸ਼ੇ ਸਨ ਜਿਹੜੇ ਆਪਾਂ ਕੱਲ ਵਿਚਾਰੇ ਨੇ। ਤੁਰਿਆ ਕਹਿੰਦੇ ਨੇ ਜਦੋਂ ਉਹ ਤਿੰਨਾਂ ਦਾ ਦ੍ਰਿਸ਼ਟਾ ਬਣ ਜਾਂਦਾ, ਜਿਵੇਂ ਜਾਗਰਤ ਤੇ ਸੁਖੋਪਤੀ ਤੇ ਸਵਪਨ ਦਾ
ਦ੍ਰਿਸ਼ਟਾ ਸਾਖੀ, ਉਹਨਾਂ ਨੂੰ ਮਾਣਨ ਵਾਲਾ, ਉਹਨਾਂ ਤੋਂ ਨਿਆਰਾ, ਉੱਥੇ ਤੁਰਿਆ ਪਦ ਹੈ, ਤੁਰਿਆ ਅਵਸਥਾ। ਉਹਦੇ ਤੁਰਿਆ ਅਵਸਥਾ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਵੇਰਾਂ ਆਇਆ ਹੈ। ਇਹ ਗੁਰੂ ਤੋਂ ਜਾਣੀ ਜਾਂਦੀ ਹੈ, ਸਤਿਗੁਰਾਂ ਦੀ ਦਇਆ ਨਾਲ ਮਾਣੀ ਜਾਂਦੀ। ਤੀਨ ਵਿਆਪੈ ਜਗਤ ਕੋ ਤੁਰਿਆ ਪਾਵੈ ਕੋਇ, ਉਹ ਤੁਰਿਆ ਪਦ ਹੈ ਜਿੱਥੇ ਬ੍ਰਹਮ ਗਿਆਨੀ ਭਾਈ ਰਾਮ ਕੁਇਰ ਸਾਹਿਬ ਜੀ ਪਹੁੰਚੇ ਹੋਏ ਸੀ। ਬਾਬਾ ਬੁੱਢਾ ਸਾਹਿਬ ਜੀ ਜੈਸੇ ਮਹਾਂਪੁਰਸ਼ ਉਹ ਤੁਰਿਆ ਪਦ ਵਿੱਚ ਸਨ। ਭਾਈ ਸਾਹਿਬ ਭਾਈ ਗੁਰਦਾਸ ਜੀ, ਜਿਹੜੇ ਪਿਆਰੇ ਭਾਈ ਦਇਆ ਸਿੰਘ ਜੀ ਇਹ ਕਥਾ ਸੁਣਾ ਰਹੇ ਨੇ, ਉਹ ਵੀ ਤੁਰਿਆ ਵਿੱਚ ਨੇ, ਤੁਰਿਆ ਪਦ ਵਿੱਚ। ਤੋ ਤੁਰਿਆ ਅਵਸਥਾ ਬਾਰੇ ਦੱਸਿਆ। ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਇਕਾਗਰ ਕਰੀਏ, ਗੁਰੂ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਈਏ, ਨਾਲੇ ਉਹਨਾਂ ਸਮੂਹ ਵੀਰਾਂ ਵਾਸਤੇ ਗੁਰੂ ਚਰਨਾਂ 'ਚ ਅਰਦਾਸ ਕਰੀਏ ਜਿਹੜੇ ਆਪਣੇ ਹੱਕ ਮੰਗਣ ਵਾਸਤੇ ਜ਼ਿਮੀਂਦਾਰ ਵੀਰ, ਕਿਸਾਨ ਵੀਰ ਵਹੀਰਾਂ ਕੱਤ ਕੇ ਟੁਰੇ ਹੋਏ ਨੇ, ਕਿ ਗੁਰੂ ਸਾਹਿਬ ਤਰਸ ਕਰਨ, ਉਹ ਆਪਣੇ ਹੱਕ ਪ੍ਰਾਪਤ ਕਰ ਸਕਣ, ਮੋਰਚੇ ਫਤਿਹ ਹੋਣ। ਗਰੀਬ ਨਵਾਜ ਜੀ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਈਏ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਦਾ ਆਸਰਾ ਲਈਏ ਤੇ ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਿਰਵਿਕਲਪਤਾ ਤੇ ਰਹਿਤ, ਸਭ ਮਹਿ ਮੋਹਿ ਸਰੂਪ। ਕਹਿੰਦੇ ਜੋ ਨਿਰਵਿਕਲਪਤਾ ਹੈ, ਨਿਰਵਿਕਲਪਤਾ ਤੇ ਰਹਿਤ ਰਹਿਣ ਵਾਲਾ, ਜਿਹੜਾ ਸਾਰਿਆਂ ਵਿੱਚ ਮੇਰਾ ਸਵਰੂਪ ਵਿਆਪਕ ਹੈ, ਚਾਹੇ ਉਹ ਨਿਰਵਿਕਲਪ ਹੈ। ਨਿਰਵਿਕਲਪਤਾ ਦਾ ਮਤਲਬ ਜਿੱਥੇ ਕਿਸੇ ਵੀ ਪ੍ਰਕਾਰ ਦਾ ਕੋਈ ਵਿਕਲਪ ਨਹੀਂ ਹੈ, ਫੁਰਨਾ ਨਹੀਂ ਹੈ, ਜਿਹਦੇ ਬਾਰੇ ਪਿੱਛੇ ਦੱਸ ਆਏ ਨੇ, ਜਿੱਥੇ ਤ੍ਰਿਪਟੀ ਨਹੀਂ ਰਹਿ ਜਾਂਦੀ, ਧਿਆਨ ਧਿਆਤਾ ਤੇ ਗਿਆਨ ਗਿਆਤਾ ਗੇ, ਪ੍ਰਮਾਣ ਪ੍ਰਮਾਤਾ ਪ੍ਰਮੇਯ ਤ੍ਰਿਪਟੀ ਹੁੰਦੀ ਹੈ। ਇਹ ਜਿਹੜੀਆਂ 9 ਚੀਜ਼ਾਂ ਨੇ, ਇਹਨਾਂ 9ਾਂ ਦੀ ਤ੍ਰਿਪਟੀ ਬਣਦੀ, ਅੱਗੇ ਜਾ ਕੇ ਇਹਨਾਂ ਦੀ ਵੀ ਕਥਾ ਆਉਣੀ। ਜਿੱਥੇ ਨਾ ਰਹਿਣ ਉਹਨੂੰ ਨਿਰਵਿਕਲਪ ਕਹਿੰਦੇ ਆ। ਉਹਦੇ ਤੋਂ ਰਹਿਤ ਜਿਹੜਾ ਮੇਰਾ ਸਵਰੂਪ ਹੈ, ਤੁਰਿਆ ਵਸਥਾ ਜਾਨੀਏ, ਤੁਰਿਆ ਤਤ ਅਨੂਪ। ਉੱਥੇ ਪਹੁੰਚ ਜਾਣਾ ਉਹਨੂੰ ਤੁਰਿਆ ਅਵਸਥਾ ਕਹਿੰਦੇ ਨੇ। ਉਹਦੇ ਜਿਹੜੀ ਤੁਰਿਆ ਹੈ, ਇਹ ਸਾਰੀਆਂ ਅਵਸਥਾਵਾਂ ਦਾ ਤੱਤ ਹੈ, ਨਿਚੋੜ। ਜਿੰਨੀਆਂ ਵੀ ਅਵਸਥਾਵਾਂ ਦੱਸੀਆਂ ਨੇ ਉੱਪਰ, ਚਾਹੇ ਉਹ ਜਾਗਰਤ ਹੈ, ਸਵਪਨ ਹੈ, ਸੁਖੋਪਤੀ ਹੈ, ਸਮਾਧੀ ਹੈ, ਇਹਨਾਂ ਸਾਰੀਆਂ ਅਵਸਥਾ ਦੀ ਜਿਹੜੀ ਤੱਤ ਹੈ, ਜੋ ਇਹਨਾਂ ਸਾਰਿਆਂ ਨੂੰ ਵੇਖਣ ਵਾਲੀ ਹੈ, ਸਭ ਦੀ ਦ੍ਰਿਸ਼ਟਾ ਹੈ, ਉਹਨੂੰ ਤੁਰਿਆ ਅਵਸਥਾ ਕਹਿੰਦੇ ਹਨ। ਉਹ ਤੁਰਿਆ ਪਦ ਹੈ। ਹਾਂਜੀ। ਸਵਈਆ ਛੰਦ ਜਾਗਰਤ ਆਦ ਸਮਾਦ ਅੰਤ ਲੋ। ਹੁਣ ਦੱਸਦੇ ਨੇ ਕਿ ਜੀਵ ਕਿਸ ਨੂੰ ਕਹਿੰਦੇ ਆ। ਸਿੰਘਾਂ ਨੇ ਵੀ ਸਵਾਲ ਕੀਤਾ ਸੀ ਨਾ ਵੀ ਜੀਵ ਦਾ ਸਰੂਪ ਦੱਸੋ, ਜੀਵ ਕੀ ਹੈ ਔਰ ਸਾਖੀ ਕੀ ਹੈ। 15 ਸਵਾਲਾਂ ਚੋਂ 2 ਸਵਾਲ ਇਹ ਵੀ ਸੀ, ਜੀਵ ਤੇ ਸਾਖੀ। ਜੀਵ ਕੌਣ ਹੈ, ਸਾਖੀ ਕੀ ਹੈ। ਹੁਣ ਜੀਵ ਦਾ ਸਰੂਪ ਚੱਲਿਆ। ਜਾਗਰਤ ਤੋਂ ਲੈ ਕੇ, ਯਾਨੀ ਕਿ ਜਾਗਰਤ ਅਵਸਥਾ ਤੋਂ ਲੈ ਕੇ ਸੁਪਨ ਤੇ ਸੁਖੋਪਤੀ ਆਦਿਕ ਜਿਹੜੀਆਂ ਇਹ ਅਵਸਥਾਵਾਂ ਨੇ 3, ਇਹਨਾਂ ਤਿੰਨਾਂ ਦਾ ਜਿਹੜਾ ਅਭਿਮਾਨੀ ਹੈ, ਜਿਹੜਾ ਇਹਨਾਂ ਵਿੱਚ ਵਿਚਰਦਾ, ਉਹ ਵਿਸ਼ਵ ਰੂਪ ਹੋ ਕੇ, ਤੈਜ ਸਰੂਪ ਹੋ ਕੇ, ਪ੍ਰਾਗ ਰੂਪ ਹੋ ਕੇ, ਜਿਹੜਾ ਇਹਨਾਂ ਤਿੰਨਾਂ ਦਾ ਅਭਿਮਾਨੀ ਹੋ ਕੇ ਇਹਨਾਂ ਵਿੱਚ ਵਰਤਦਾ ਹੈ। ਤ੍ਰਿਦਾ ਬੇਮਾਨੀ ਮਲਿਨ ਸੋ ਜੀਵ। ਉਹ ਇਹਨਾਂ ਤਿੰਨਾਂ ਦਾ ਜਿਹੜਾ ਅਭਿਮਾਨੀ ਹੈ, ਜਦੋਂ ਅਸੀਂ ਕਹਿੰਦੇ ਵੀ ਮੈਂ ਜਾਗਦਾ ਹਾਂ, ਮੈਂ ਸੁਪਨਾ ਲੈਣਾ, ਮੈਂ ਸੁੱਤਾ ਹਾਂ, ਉਹ ਜਿਹੜਾ ਮੈਂ ਅੰਦਰ ਬੋਲ ਰਿਹਾ ਵੀ ਮੈਂ ਜਾਗ ਰਿਹਾ, ਮੈਂ ਸੌਂ ਰਿਹਾ, ਮੈਂ ਸੁਪਨਾ ਲੈ ਰਿਹਾ, ਉਹ ਜਿਹੜਾ ਉਹਨਾਂ ਤਿੰਨਾਂ ਅਵਸਥਾਵਾਂ ਦਾ ਮਲਨ ਜੀਵ ਹੈ ਨਾ। ਮਲਨ ਦਾ ਮਤਲਬ ਮਲਨ ਭਾਵ, ਹਾਲਾਂਕਿ ਮੈਂ ਤਾਂ ਨਹੀਂ ਜਾਗਦਾ,
ਨਾ ਹੀ ਮੈਂ ਸੁੱਤਾ ਹਾਂ, ਨਾ ਹੀ ਮੈਂ ਸੁਪਨਾ ਵੇਖਦਾ, ਮੈਂ ਤਾਂ ਇਹਦੇ ਵਿੱਚ ਰਹਿਣ ਵਾਲਾ, ਤਿੰਨਾਂ ਅਵਸਥਾਵਾਂ ਨੂੰ ਵੇਖਣ ਵਾਲਾ, ਇਹਨਾਂ ਦਾ ਦ੍ਰਿਸ਼ਟਾ ਹਾਂ ਨਾ, ਦ੍ਰਿਸ਼ਟਾ ਹਾਂ ਉਹਨਾਂ ਨੂੰ ਵੇਖਣ ਵਾਲਾ। ਜੋ ਸਾਡਾ ਆਤਮ ਸਰੂਪ ਹੈ ਉਹ ਨਾ ਜਾਗਦਾ ਹੈ, ਉਹ ਨਾ ਸੁਪਨਾ ਲੈਂਦਾ, ਉਹਦਾ ਨਾ ਸੌਂਦਾ, ਉਹਦਾ ਸਦਾ ਚੇਤਨ ਸਰੂਪ ਹੈ। ਉਸੇ ਜਾਗਦੇ ਸਰੂਪ ਨੂੰ ਕਬੀਰ ਜੀ ਨੇ ਕਿਹਾ ਸਤਿਗੁਰ ਜਾਗਤਾ ਹੈ ਦਿਓ, ਉਹਦਾ ਸਦਾ ਪ੍ਰਕਾਸ਼ ਰੂਪ ਹੈ, ਜਾਗਦਾ ਹੈ। ਪਰ ਜਦੋਂ ਅਸੀਂ ਅਭਿਮਾਨੀ ਬਣ ਕੇ ਵੀ ਮੈਂ ਇਸ ਵੇਲੇ ਜਾਗ ਰਿਹਾ, ਮੈਂ ਇਸ ਵੇਲੇ ਸੁਪਨਾ ਵੇਖਿਆ, ਮੈਂ ਇਸ ਵੇਲੇ ਸੁੱਤਾ ਪਿਆ ਹਾਂ, ਉਹਨਾਂ ਤਿੰਨਾਂ ਅਵਸਥਾਵਾਂ ਦਾ ਜਿਹੜਾ ਅਭਿਮਾਨੀ ਹੈ ਮਲਨ ਜੀਵ, ਉਸ ਨੂੰ ਜੀਵ ਕਹਿੰਦੇ ਹਨ, ਉਸ ਨੂੰ ਜੀਵ ਕਹਿੰਦੇ। ਹਾਂਜੀ। ਤੁਰਿਆ ਜਾਗਰਤ ਆਦ ਸਭਿਨ ਕਹੋ। ਫਿਰ ਤੁਰਿਆ ਆਦਿਕ ਜਿਹੜੀ ਅਵਸਥਾ ਹੈ, ਫਿਰ ਅੱਗੇ ਤੁਰਿਆ ਪਦ ਚਲਦੀ ਹੈ ਨਾ, ਤੁਰਿਆ ਤੇ ਜਾਗਰਤ ਆਦਿਕ ਜਿੰਨੀਆਂ ਅਵਸਥਾਵਾਂ ਹਨ, ਆਹੈ ਪ੍ਰਕਾਸ਼ੀ ਸਾਖੀ ਥੀਵ। ਜਿਹੜਾ ਇਹਨਾਂ ਨੂੰ ਪ੍ਰਕਾਸ਼ ਰਿਹਾ ਹੈ, ਜਿਸ ਕਰਕੇ ਜਾਗਰਤ ਅਵਸਥਾ ਹੈ, ਜਿਸ ਕਰਕੇ ਸਵਪਨ ਅਵਸਥਾ ਹੈ, ਜਿਸ ਕਰਕੇ ਸੁਖੋਪਤੀ ਹੈ, ਜਿਸ ਕਰਕੇ ਤੁਰਿਆ ਪਦ, ਯਾਨੀ ਕਿ ਉਹਨਾਂ ਨੂੰ ਲਾਈਟ ਦੇਣ ਵਾਲਾ, ਉਹਨਾਂ ਨੂੰ ਪ੍ਰਕਾਸ਼ਣ ਵਾਲਾ, ਜਿਹੜਾ ਉਹਨਾਂ ਨੂੰ ਵੇਖਣ ਵਾਲਾ ਹੈ, ਉਹਨੂੰ ਕਹਿੰਦੇ ਨੇ ਸਾਖਸ਼ੀ। ਜੀਵ ਦੱਸ ਦਿੱਤਾ, ਜਿਹੜਾ ਤਾਂ ਤਿੰਨਾਂ ਦਾ ਅਭਿਮਾਨੀ ਹੈ ਉਹ ਤਾਂ ਹੋ ਗਿਆ ਜੀਵ। ਜਿਹੜਾ ਉਹਨਾਂ ਨੂੰ ਪ੍ਰਕਾਸ਼ਣ ਵਾਲਾ ਹੈ, ਉਹਨਾਂ ਦਾ ਦ੍ਰਿਸ਼ਟਾ ਬਣ ਕੇ। ਇੱਕ ਤਾਂ ਹੁੰਦਾ ਵੀ ਅਸੀਂ ਬਾਹਰ ਫਿਲਮ ਵੇਖ ਰਹੇ ਹਾਂ, ਸਾਹਮਣੇ ਫਿਲਮ ਚੱਲ ਰਹੀ ਹੈ, ਮੈਂ ਬਾਹਰ ਹੋ ਕੇ ਵੇਖ ਰਿਹਾ, ਉਹਨੂੰ ਕਹਿੰਦੇ ਦ੍ਰਿਸ਼ਟਾ, ਉਹਨਾਂ ਨੂੰ ਵੇਖਣ ਵਾਲਾ। ਇੱਕ ਫਿਲਮ ਦੇ ਵਿੱਚ ਕੋਈ ਕੰਮ ਕਰ ਰਿਹਾ, ਉਹਦੇ ਵਿੱਚ ਹੀ ਮਿਲਿਆ ਹੋਇਆ, ਜਿਹੜਾ ਉਸ ਫਿਲਮ ਦੇ ਵਿੱਚ ਮਿਲਿਆ ਹੋਇਆ ਉਹਨੂੰ ਕਹਿ ਸਕਦੇ ਹਾਂ ਜੀਵ, ਅਭਿਮਾਨੀ। ਜਿਹੜਾ ਉਹਦਾ ਦ੍ਰਿਸ਼ਟਾ ਬਣ ਕੇ ਬਾਹਰੋਂ ਵੇਖ ਰਿਹਾ ਹੈ, ਮੈਂ ਹੂੰ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ। ਮਹਾਰਾਜ ਜੀ ਕਹਿੰਦੇ ਜਗਤ ਦੀ ਫਿਲਮ ਵੇਖਣ ਆਇਆ ਮੈਂ, ਦ੍ਰਿਸ਼ਟਾ ਬਣ ਕੇ ਇਹ ਜਗਤ ਦਾ ਤਮਾਸ਼ਾ ਵੇਖਣ ਆਇਆ ਹਾਂ। ਉਹ ਜਿਹੜਾ ਵੇਖਣ ਵਾਲਾ ਨਾ, ਉਹਨਾਂ ਨੂੰ ਪ੍ਰਕਾਸ਼ਣੇ ਵਾਲਾ, ਉਹਨੂੰ ਕਹਿੰਦੇ ਨੇ ਸਾਖਸ਼ੀ। ਕਿਉਂਕਿ ਜਦੋਂ ਸੁਖੋਪਤੀ ਵਿੱਚ ਚਲੇ ਗਏ ਅਸੀਂ, ਗੂੜੀ ਨੀਂਦ ਵਿੱਚ, ਉੱਥੇ ਤਾਂ ਪਤਾ ਹੀ ਨਹੀਂ ਕਿੱਥੇ ਹਾਂ। ਕੋਲ ਕੋਈ ਆ ਕੇ ਬਹਿ ਕੇ ਚਲਾ ਗਿਆ, ਕੋਲ ਕੋਈ ਗੱਲਾਂ ਕਰਕੇ ਵੀ ਚਲਾ ਗਿਆ, ਨਹੀਂ ਪਤਾ ਕੌਣ ਆਇਆ ਸੀ। ਉੱਥੇ ਬਿਲਕੁਲ ਹੀ ਅਵਿਦਿਆ ਹੀ ਹੁੰਦੀ ਹੈ ਨਾ, ਅਵਿਦਿਆ ਦਾ ਕਾਰਨ ਸਰੀਰ ਹੁੰਦਾ ਉੱਥੇ। ਪਰ ਜਦੋਂ ਅਸੀਂ ਜਾਗਦੇ ਹਾਂ, ਅਸੀਂ ਕਹਿੰਦੇ ਅੱਜ ਇੰਨੇ ਆਨੰਦ ਦੀ ਨੀਂਦ ਆਈ ਆ ਵੀ ਪਤਾ ਹੀ ਨਹੀਂ ਰਿਹਾ ਕਿ ਉਹ ਆਨੰਦ ਕਿਸ ਨੂੰ ਪ੍ਰਾਪਤ ਹੋਇਆ, ਉਹ ਕਿਸ ਨੇ ਵੇਖਿਆ ਸੀ, ਉਹਨੂੰ ਕਹਿੰਦੇ ਆ ਸਾਖਸ਼ੀ, ਜਿਹੜਾ ਉਸ ਨੂੰ ਵੀ ਪ੍ਰਕਾਸ਼ਣੇ ਵਾਲਾ ਹੈ। ਹਾਂਜੀ। ਸੋ ਸਰੂਪ ਹੈ ਸ਼ੁੱਧ ਜੀਵ ਕੋ। ਉਹ ਜੀ, ਹਾਲਾਂਕਿ ਉਹ ਜਿਹੜਾ ਸਾਖਸ਼ੀ ਹੈ ਉਹ ਵੀ ਜੀਵ ਹੀ ਹੈ, ਪਰ ਉਹ ਸ਼ੁੱਧ ਸਰੂਪ ਹੈ ਜੀਵ ਦਾ। ਜਿਹੜਾ ਅਭਿਮਾਨੀ ਹੁੰਦਾ ਵੀ ਮੈਂ ਜਾਗਦਾ ਹਾਂ, ਮੈਂ ਸੁੱਤਾ ਹਾਂ, ਮੈਂ ਸੁਪਨਾ ਵੇਖਦਾ, ਉਹ ਤਾਂ ਹੈ ਮਲਨ ਜੀਵ, ਉਹ ਜੀਵ ਦਾ ਮਲਨ ਹਿੱਸਾ ਹੈ। ਪਰ ਜਦੋਂ ਉਹਦਾ ਵੇਖਣ ਵਾਲਾ ਦ੍ਰਿਸ਼ਟਾ ਬਣ ਜਾਂਦਾ, ਉਸ ਨੂੰ ਸਾਖਸ਼ੀ ਬਣ ਕੇ ਵੇਖਦਾ ਹੈ, ਪ੍ਰਕਾਸ਼ਦਾ ਉਹਨਾਂ ਤਿੰਨਾਂ ਅਵਸਥਾਵਾਂ ਨੂੰ, ਚਾਹੇ ਉਹ ਤੁਰਿਆ ਪਦ ਵੀ ਹੈ, ਸਮਾਧੀ ਵੀ ਹੈ, ਉਸ ਨੂੰ ਪ੍ਰਕਾਸ਼ਦਾ ਹੈ। ਕਹਿੰਦੇ ਉਸ ਵੇਲੇ ਉਹ ਜੀਵ ਦਾ ਸ਼ੁੱਧ ਸਰੂਪ ਹੈ, ਉਹਨੂੰ ਜੀਵ ਦਾ ਸ਼ੁੱਧ ਸਰੂਪ ਕਹਿੰਦੇ ਹਨ। ਬ੍ਰਹਮ ਰੂਪ ਲਖ ਆਨੰਦ ਸੀਵ। ਉਹ ਸਰੂਪ ਹੀ ਬ੍ਰਹਮ ਸਰੂਪ ਹੈ। ਪੁੱਛਿਆ ਸੀ ਨਾ ਵੀ ਬ੍ਰਹਮ ਕੀ ਹੈ, ਕਹਿੰਦੇ ਜਿਹੜਾ ਉਹ ਸਰੂਪ ਹੈ ਨਾ ਜੀਵ ਦਾ ਸ਼ੁੱਧ ਸਰੂਪ, ਉਸੇ ਨੂੰ ਹੀ ਬ੍ਰਹਮ ਕਹਿੰਦੇ ਨੇ, ਜਿਸ ਨੂੰ ਜਾਣ ਕੇ ਆਨੰਦ ਦੀ ਸੀਮਾ ਪ੍ਰਾਪਤ ਹੋ ਜਾਂਦੀ ਹੈ। ਆਨੰਦ ਸੀਵ, ਆਨੰਦ ਸੀਵ ਦਾ ਮਤਲਬ ਹੁੰਦਾ ਆਨੰਦ ਦੀ ਉਹ ਹੱਦ ਜਿਸ ਤੋਂ ਪਰੇ ਕੋਈ ਆਨੰਦ ਨਹੀਂ, ਪੂਰਨ ਆਨੰਦ। ਕੁਝ ਆਨੰਦ ਸਾਨੂੰ ਆਉਂਦਾ ਹੈ, ਕੋਈ ਚੰਗੀ ਸਵਾਦਲੀ ਚੀਜ਼ ਖਾ ਲਈ, ਖਾ ਕੇ ਆਨੰਦ ਆਇਆ, ਕੋਈ ਚੰਗੀ ਚੀਜ਼ ਵੇਖ ਲਈ, ਵੇਖ ਕੇ ਆਨੰਦ ਆਇਆ, ਕੁਝ ਚੰਗਾ ਸੁਣ ਲਿਆ, ਸੁਣ ਕੇ ਆਨੰਦ ਆਇਆ। ਪਰ ਉਹ ਆਇਆ ਸੀ, ਚਲਾ ਗਿਆ, ਰਿਹਾ ਤਾਂ ਨਹੀਂ, ਕਿਉਂਕਿ ਉਹ ਪੂਰਨ ਨਹੀਂ ਹੈ। ਉਹ ਸਾਡੇ ਆਨੰਦਮय ਕੋਸ਼ ਤੱਕ ਅਸੀਂ ਪਹੁੰਚਦੇ ਹਾਂ, ਜਿਹੜਾ ਸਾਡੇ ਅੱਗੇ ਪੰਜ ਕੋਸ਼ ਵੀ ਚੱਲਣੇ ਆ, ਉੱਥੋਂ ਫਿਰ ਵਾਪਸ ਫਿਰ ਆ ਜਾਂਦੇ ਹਾਂ ਬਾਹਰ ਆਨੰਦਮय ਕੋਸ਼ ਤੱਕ। ਪਰ ਜਿਹੜਾ ਇਹ ਬ੍ਰਹਮ ਸਰੂਪ ਹੈ, ਜਿਸ ਨੂੰ ਜਾਣਨ ਤੋਂ ਬਾਅਦ ਪੂਰਨ ਆਨੰਦ ਪ੍ਰਾਪਤ ਹੋ ਜਾਂਦਾ ਹੈ। ਆਨੰਦੋ ਆਨੰਦ ਕਣਾ, ਇਹ ਕਣਾ ਆਨੰਦ, ਜਿੱਥੇ ਪੂਰਨ ਆਨੰਦ ਹੈ, ਇਤਨਾ ਪੂਰਨ ਆਨੰਦ ਕਿ ਉਹ ਆਨੰਦ ਫਿਰ ਹੁਣ ਕਦੇ ਡਾਵਾਂ ਡੋਲ ਨਹੀਂ ਹੁੰਦਾ। ਉਸ ਬ੍ਰਹਮ ਨੂੰ ਵੇਖਣ ਤੋਂ ਬਾਅਦ ਕਹਿੰਦੇ ਆਨੰਦ ਦੀ ਸੀਮਾ ਮਿਲ ਜਾਂਦੀ, ਆਨੰਦ ਦੀ ਹੱਦ ਮਿਲ ਜਾਂਦੀ, ਜਿੱਥੋਂ ਪਰੇ ਆਨੰਦ ਹੈ ਹੀ ਨਹੀਂ ਕੋਈ ਹੋਰ।
ਉਸ ਆਨੰਦ ਤੱਕ ਪਹੁੰਚ ਕੇ ਮੇਰੇ ਗੁਰਦੇਵ ਨੇ ਕਿਹਾ, ਆਨੰਦ ਭਇਆ ਮੇਰੀ ਮਾਏ, ਸਤ ਗੁਰੂ ਮੈਂ ਪਾਇਆ। ਉਹ ਆਨੰਦ ਆਇਆ ਹੈ ਪਰ ਉਹ ਗਿਆ ਨਹੀਂ। ਉਹ ਤੱਤੀਆਂ ਤਵੀਆਂ ਤੇ ਬੈਠਿਆਂ ਵੀ ਨਹੀਂ ਗਿਆ, ਉਬਲਦੀ ਹੋਈ ਦੇਗ ਦੇ ਪਾਣੀ ਵਿੱਚ ਵੀ ਉਹ ਆਨੰਦ ਨਹੀਂ ਬਿਨਸਿਆ। ਉਹ ਆਨੰਦ ਸदैਵੀ ਰਿਹਾ। ਮਾਛੀਵਾੜੇ ਦੇ ਜੰਗਲਾਂ ਵਿੱਚ ਵੀ ਟਿੰਡ ਦਾ ਸਰਾਣਾ ਲਾਈ, ਉਹ ਆਨੰਦ ਬਣਿਆ ਹੋਇਆ। ਆਉਣ ਵਾਲੇ ਮਹੀਨੇ 'ਚ ਉਹਦੇ ਨਾਂ ਰਹੇ ਨੇ। ਯਾਨੀ ਕਿ ਜਦੋਂ ਉਹ ਜਿਹੜਾ ਸ਼ੁੱਧ ਜੀਵ ਹੈ ਨਾ, ਸ਼ੁੱਧ ਅੰਸ਼, ਉਹ ਜੀਵ ਦਾ ਸ਼ੁੱਧ ਸਵਰੂਪ ਹੈ, ਬ੍ਰਹਮ ਦਾ ਹੀ, ਉਹ ਬ੍ਰਹਮ ਹੀ ਹੈ। ਜਿਸ ਨੂੰ ਕਹਿੰਦੇ ਨਾ ਆਤਮਾ, ਉਹ ਆਤਮਾ ਫਿਰ ਪਰਮਾਤਮਾ ਹੀ ਹੈ। ਜਿਸ ਨੂੰ ਆਪਾਂ ਆਤਮਾ ਕਹਿ ਦਿੰਦੇ, ਇੱਥੇ ਸਾਖਸ਼ੀ ਕਿਹਾ ਹੋਇਆ ਉਸ ਨੂੰ। ਆਤਮਾ ਹੀ ਸਾਖਸ਼ੀ ਹੈ ਨਾ, ਆਤਮਾ ਹੀ ਸਾਰਿਆਂ ਨੂੰ ਪ੍ਰਕਾਸ਼ ਰਹੀ ਹੈ। ਆਤਮਾ ਕਰਕੇ ਹੀ ਜਾਗਰਤ ਹੈ, ਸੁਪਨ ਸੁਖੋਪਤੀ ਸਭ ਉਸ ਆਤਮਾ ਕਰਕੇ ਹੀ ਹੈ। ਉਹ ਜੋ ਸਾਰਿਆਂ ਦੀ ਸਾਖਸ਼ੀ ਆਤਮਾ, ਉਹੀ ਬ੍ਰਹਮ ਸਵਰੂਪ ਹੈ। ਜਦੋਂ ਉਸ ਬ੍ਰਹਮ ਨੂੰ ਵੇਖ ਲਿਆ, ਫਿਰ ਭਾਈ ਦਇਆ ਸਿੰਘ ਜੀ ਕਹਿੰਦੇ ਉੱਥੇ ਆਨੰਦ ਪ੍ਰਾਪਤ ਹੋ ਗਿਆ। ਤੁਰਿਆ ਸਾਖੀ ਸਾਖੀ ਤੁਰਿਆ ਪਦ ਵਿੱਚ ਜਿਹੜਾ ਸਾਖਸ਼ੀ ਹੁੰਦਾ, ਤੁਰਿਆ ਦੀ ਅਵਸਥਾ ਦੱਸੀ ਹੈ ਨਾ ਪਿੱਛੇ, ਉੱਥੇ ਜਿਹੜਾ ਸਾਖਸ਼ੀ ਹੁੰਦਾ, ਫਿਰ ਸਾਖਸ਼ੀ ਵਿੱਚ ਜਿਹੜੀ ਤੁਰਿਆ ਅਵਸਥਾ ਹੁੰਦੀ, ਦੋਨੇ ਇੱਕੋ ਮਿਕ ਨੇ। ਤੁਰਿਆ ਵਿੱਚ ਜਿਹੜਾ ਸਾਖਸ਼ੀ ਹੈ ਯਾਨੀ ਕਿ ਬ੍ਰਹਮ ਹੈ, ਜਾਂ ਫਿਰ ਸਾਖਸ਼ੀ ਦੇ ਵਿੱਚ ਜਿਹੜੀ ਤੁਰਿਆ ਅਵਸਥਾ ਹੈ, ਜਾਂ ਤੇ ਏਕ ਰੂਪ ਲਖ ਲੀਵ, ਇਹਨੂੰ ਇੱਕ ਰੂਪ ਕਰਕੇ ਜਾਣੋ। ਤੁਰਿਆ ਵਿੱਚ ਜਿਹੜਾ ਸਾਖਸ਼ੀ ਹੈ ਉਹੀ ਇੱਥੇ ਵੀ ਸਾਖਸ਼ੀ ਹੈ। ਇਸ ਨੂੰ ਇੱਕ ਕਰਕੇ ਹੀ ਜਾਣੋ, ਇਹਨੂੰ ਇੱਕ ਹੀ ਕਹਾਂਗੇ। ਈਸ਼ਵਰ ਬ੍ਰਹਮਾ ਵਿਸ਼ਨ ਰੁਦਰ ਕਹੋ। ਈਸ਼ਵਰ ਦੇ ਜਿਹੜੇ ਤਿੰਨ ਰੂਪ ਹੋਏ ਅੱਗੇ, ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਜੀ, ਇਹ ਤਿੰਨ ਰੂਪ ਹੋਏ ਨਾ। ਇਹ ਤ੍ਰਿਦਾ ਮੂਰਤੀਆਂ ਜਿਹੜੀਆਂ ਨੇ ਈਸ਼ਵਰ ਦੀਆਂ ਬਣੀਆਂ। ਮੂਰਤ ਧਾਰੀ ਤ੍ਰਿਦਾ ਅਨੂਪ, ਇਹ ਅਨੂਪ ਮੂਰਤ ਧਾਰਨ ਕੀਤੀ ਈਸ਼ਵਰ ਨੇ। ਤਿੰਨ ਮੂਰਤੀਆਂ ਬਣਾਈਆਂ, ਰਜੋਗੁਣ, ਤਮੋਗੁਣੀ, ਸਤੋਗੁਣੀ, ਇਹ ਤਿੰਨ ਮੂਰਤੀਆਂ ਬਣਾਈਆਂ। ਬ੍ਰਹਮ ਸਰੂਪ ਸੋ ਤੁਰਿਆ ਜੀਵੈ ਹੈ। ਜਿਹੜਾ ਬ੍ਰਹਮ ਸਵਰੂਪ ਤੁਰਿਆ ਪਦ ਦੇ ਵਿੱਚ ਜੀਵ ਦਾ ਹੈ। ਈਸ਼ਵਰ ਤੁਰਿਆ ਬ੍ਰਹਮ ਸਰੂਪ, ਈਸ਼ਵਰ ਦਾ ਵੀ ਤੁਰਿਆ ਪਦ ਵਿੱਚ ਉਹੀ ਬ੍ਰਹਮ ਸਵਰੂਪ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬੜੀ ਸੂਖਮ ਖੇਡ ਦੱਸ ਰਹੇ ਭਾਈ ਦਇਆ ਸਿੰਘ। ਕਹਿੰਦੇ ਈਸ਼ਵਰ ਦੇ ਵਿੱਚ ਜਿਹੜੀ ਤੁਰਿਆ ਅਵਸਥਾ ਵਿੱਚ ਉਹਦਾ ਜਿਹੜਾ ਸਾਖਸ਼ੀ ਬ੍ਰਹਮ ਸਵਰੂਪ ਹੈ, ਜੀਵ ਦੇ ਵਿੱਚ ਵੀ ਜਿਹੜਾ ਤੁਰਿਆ ਪਦ ਵਿੱਚ ਉਹਦਾ ਸਾਖਸ਼ੀ ਰੂਪ ਹੈ, ਦੋਵੇਂ ਇੱਕ ਮੇਕੀ ਨੇ। ਯਾਨੀ ਕਿ ਜੀਵ ਔਰ ਈਸ਼ਵਰ ਦੇ ਵਿੱਚ ਬ੍ਰਹਮ ਦੀ ਅੰਸ਼ ਇੱਕੋ ਹੈ। ਇਹਦੇ ਬਾਰੇ ਸ਼ਾਸਤਰਾਂ 'ਚ ਇਦਾਂ ਸਮਝਾਉਂਦੇ ਆ, ਜੀਵ ਤੇ ਈਸ਼ਵਰ ਤੇ ਬ੍ਰਹਮ ਤਿੰਨ ਚੀਜ਼ਾਂ ਮੰਨੀਆਂ ਜਾਂਦੀਆਂ। ਜੀਵ, ਈਸ਼ਵਰ ਔਰ ਬ੍ਰਹਮ। ਜਦੋਂ ਕਿਹਾ ਜਾਂਦਾ ਨਾ ਤਵੰਗ ਅਸੀਂ, ਤੂੰ ਬ੍ਰਹਮ ਹੈ, ਤੂੰ ਵਹਿ ਹੈ। ਜੀਵ ਦੇ ਵਿੱਚ ਅਲਪੱਗਪੁਣ ਹੈ, ਇੱਕ ਜਗ੍ਹਾ ਤੇ ਰਹਿੰਦਾ। ਈਸ਼ਵਰ ਵਿੱਚ ਸਰਬੱਗਪੁਣ ਹੈ, ਉਹ ਸਾਰੀਆਂ ਥਾਵਾਂ ਤੇ ਰਹਿੰਦਾ। ਉਹਨੂੰ ਸਮਸ਼ਟੀ ਕਹਿ ਦਿੰਦੇ ਆ। ਜੀਵ ਵਿਅਸ਼ਟੀ ਹੈ, ਈਸ਼ਵਰ ਵਿਅਸ਼ਟੀ ਸਮਸ਼ਟੀ ਹੈ, ਉਹ ਸਾਰਿਆਂ ਵਿੱਚ ਵਿਆਪਕ ਹੈ। ਜੀਵ ਇੱਕ ਜਗ੍ਹਾ ਤੇ ਰਹਿੰਦਾ, ਈਸ਼ਵਰ ਸਾਰੀਆਂ ਥਾਵਾਂ ਤੇ ਰਹਿੰਦਾ। ਫਿਰ ਜੀਵ ਜੰਮਦਾ ਮਰਦਾ ਵੀ ਹੈ, ਈਸ਼ਵਰ ਜੰਮਦਾ ਮਰਦਾ ਨਹੀਂ ਹੈ। ਜੀਵ ਅਲਪੱਗ ਹੈ, ਈਸ਼ਵਰ ਸਰਬੱਗ ਹੈ। ਪਰ ਜਦੋਂ ਜੀਵ ਦੇ ਔਗਣ ਤੇ ਈਸ਼ਵਰ ਦੇ ਗੁਣ ਛੱਡ ਦਿਓ, ਉਹਨਾਂ ਵਿੱਚ ਜਿਹੜੀ ਸੂਤਰ ਆਤਮਾ ਵੇਖੋ ਸਾਖਸ਼ੀ ਬ੍ਰਹਮ ਦੀ, ਉਹ ਬ੍ਰਹਮ ਦੀ ਇੱਕੋ ਹੀ ਹੈ। ਜਿਹੜੀ ਜੀਵ ਵਿੱਚ ਹੈ ਉਹੀ ਈਸ਼ਵਰ ਵਿੱਚ ਹੈ। ਜਿਵੇਂ ਕਿ ਉਦਾਹਰਣ ਦਿੰਦੇ ਨੇ, ਕੋਈ ਵਿਅਕਤੀ, ਮੈਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਮਿਲਿਆ ਅੱਜ ਤੋਂ 10 ਸਾਲ ਪਹਿਲਾਂ, ਗਰਮੀਆਂ ਦੇ ਦਿਨ ਸਨ। ਮੋਟੇ ਕੱਪੜੇ ਨਹੀਂ ਸੀ ਪਾਏ, ਉਦੋਂ ਪਤਲੇ ਕੱਪੜੇ ਪਾਏ ਸੀ। ਉਦੋਂ ਦਾੜਾ ਵੀ ਕਾਲਾ ਸੀ, ਮੌਸਮ ਵੀ ਗਰਮੀ ਦਾ ਸੀ। ਮਿਲਿਆ ਵੀ ਅੰਮ੍ਰਿਤਸਰ ਸ਼ਹਿਰ ਵਿੱਚ ਹੈ। 10 ਸਾਲ ਬਾਅਦ ਉਹੀ ਬੰਦਾ ਪਟਿਆਲੇ ਅੱਜ ਮੈਨੂੰ ਮਿਲਿਆ। ਹੁਣ ਸਰਦੀਆਂ ਦੇ ਦਿਨ ਨੇ, ਕੱਪੜੇ ਮੋਟੇ ਪਾਏ ਹੋਏ ਨੇ, ਦਾੜਾ ਚਿੱਟਾ ਹੋ ਗਿਆ, ਸ਼ਹਿਰ ਵੀ ਦੂਸਰਾ ਹੈ। ਹੁਣ ਜੇ ਸ਼ਹਿਰ ਵੇਖੀਏ ਤੇ ਸ਼ਹਿਰ ਵੱਖਰੇ ਵੱਖਰੇ ਨੇ, ਮੌਸਮ ਵੇਖੀਏ ਉਹ ਵੀ ਵੱਖਰਾ ਵੱਖਰਾ ਹੈ, ਕੱਪੜੇ ਵੇਖੀਏ ਉਹ ਵੀ ਵੱਖਰੇ ਵੱਖਰੇ ਨੇ। ਉਦੋਂ ਜਿਹੜੇ ਸਨ ਹੁਣ ਨਹੀਂ ਹਨ। ਪਰ ਅਸੀਂ ਕੀ ਕਹਿੰਦੇ ਆ, ਇਹ ਬੰਦਾ ਉਹੀ ਹੈ। ਉਹੀ ਹੈ ਦਾ ਮਤਲਬ ਜਿਹੜਾ ਅੰਮ੍ਰਿਤਸਰ ਮਿਲਿਆ ਸੀ 10 ਸਾਲ ਪਹਿਲਾਂ, ਬੰਦਾ ਤਾਂ ਉਹੀ ਹੈ ਨਾ। ਉਹ ਬੰਦੇ ਦੀ ਤਾਂ ਏਕਤਾ ਹੈ ਨਾ। ਮੌਸਮ ਬਦਲ ਗਿਆ ਹੈ, ਕੱਪੜੇ ਬਦਲ ਗਏ ਨੇ, ਉਹਦੇ ਬਾਹਰ ਦਾ ਦਾੜਾ ਰੰਗ ਬਦਲ ਗਿਆ ਹੋਵੇਗਾ,
ਪਰ ਬੰਦਾ ਤਾਂ ਉਹੀ ਹੈ ਨਾ। ਇਸੇ ਤਰ੍ਹਾਂ ਜੀਵ ਤੇ ਈਸ਼ਵਰ ਦੇ ਵਿੱਚ ਜਿਹੜੀ ਬ੍ਰਹਮ ਦੀ ਅੰਸਾ ਉਹ ਇੱਕੋ ਹੀ ਹੈ, ਉਹ ਇੱਕੋ ਹੀ ਹੈ। ਵਹਿ ਤੂੰ ਹੈ, ਜਦੋਂ ਕਹਿੰਦੇ ਤਤ ਤਵੰਗ ਅਸੀਂ, ਵਹਿ ਤੂੰ ਹੈ, ਤੂੰ ਬ੍ਰਹਮ ਹੀ ਹੈ। ਉਦੋਂ ਜੀਵ ਦਾ ਜੀਵ ਪੂਣਾ ਤੇ ਈਸ਼ਵਰ ਦਾ ਈਸ਼ਵਰ ਪੂਣਾ ਛੱਡ ਕੇ ਫਿਰ ਇੱਕੋ ਬ੍ਰਹਮ ਹੀ ਬਾਕੀ ਰਹਿ ਜਾਂਦਾ। ਭਾਈ ਦਇਆ ਸਿੰਘ ਜੀ ਇੱਥੇ ਉਹ ਸਮਝਾ ਰਹੇ ਨੇ, ਕਹਿੰਦੇ ਦੁਬਾਰਾ ਪੜ੍ਹੀਏ ਜੀ। ਤੁਰਿਆ ਬ੍ਰਹਮ ਈਸ਼ਵਰ ਸਰੂਪ। ਕਹਿੰਦੇ ਜਿਹੜੀ ਬ੍ਰਹਮ ਦੀ ਤੁਰਿਆ ਅਵਸਥਾ ਹੈ ਜਾਂ ਈਸ਼ਵਰ ਦੀ ਜਿਹੜੀ ਤੁਰਿਆ ਅਵਸਥਾ ਉਹ ਬ੍ਰਹਮ ਸਰੂਪ ਹੈ। ਈਸ਼ਵਰ ਜੀਵ ਏਕ ਇਮ ਜਾਣਹੁ। ਜਿਹੜੀ ਜੀਵ ਦੇ ਵਿੱਚ ਤੁਰਿਆ ਅਵਸਥਾ ਹੈ ਉਹ ਵੀ ਇੱਕ ਹੀ ਜਾਣੋ, ਜੋ ਈਸ਼ਵਰ ਦੀ ਹੈ ਉਹੀ ਜੀਵ ਦੀ ਹੈ। ਯਾਨੀ ਕਿ ਜਿਹੜੀ ਬ੍ਰਹਮ ਦੀ ਅੰਸ਼ ਈਸ਼ਵਰ ਵਿੱਚ ਹੈ ਉਹ ਜੀਵ ਦੇ ਵਿੱਚ ਵੀ ਹੈ। ਦਵੈ ਤੁਰਿਆ ਹੀ ਇਨਕੋ ਰੂਪ। ਇਹਨਾਂ ਦੋਨਾਂ ਦੀਆਂ ਜਿਹੜੀਆਂ ਤੁਰਿਆ ਅਵਸਥਾਵਾਂ ਨੇ ਜੀਵ ਤੇ ਈਸ਼ਵਰ ਦੀਆਂ, ਦੋਵੇਂ ਹੀ ਇੱਕ ਰੂਪ ਹਨ। ਸਾਖੀ ਕੋ ਸਰੂਪ ਨਿਰਵਿਕਲਪ। ਕਹਿੰਦੇ ਸਾਖੀ ਦਾ ਜਿਹੜਾ ਸਵਰੂਪ ਹੈ ਨਾ, ਜਿਹੜੀ ਤੁਰਿਆ, ਉਹ ਨਿਰਵਿਕਲਪ ਹੈ, ਉੱਥੇ ਕੋਈ ਸੰਕਲਪ ਨਹੀਂ ਹੈ। ਸੋਈ ਬ੍ਰਹਮ ਜਾਨ ਸੁਖ ਰੂਪ। ਉਸੇ ਨੂੰ ਬ੍ਰਹਮ ਜਾਣੋ, ਉਹੀ ਬ੍ਰਹਮ ਹੈ ਜੋ ਸੁਖ ਰੂਪ ਹੈ, ਜਿੱਥੇ ਕਿਸੇ ਵੀ ਪ੍ਰਕਾਰ ਦਾ ਕੋਈ ਸੰਕਲਪ ਨਹੀਂ ਹੈ, ਜੋ ਨਿਰਵਿਕਲਪ ਸਵਰੂਪ ਹੈ ਸਾਖੀ ਦਾ, ਉਸੇ ਨੂੰ ਬ੍ਰਹਮ ਕਿਹਾ ਜਾਂਦਾ ਹੈ। ਇਹ ਸਵਾਲ ਸੀ ਨਾ ਸਿੱਖਾਂ ਦਾ ਵੀ ਬ੍ਰਹਮ ਕੀ ਹੈ। ਕਹਿੰਦੇ ਬ੍ਰਹਮ ਜੋ ਨਿਰਵਿਕਲਪ ਹੈ, ਜੋ ਸਾਖੀ ਹੈ ਜੀਵ ਦੇ ਅੰਦਰ ਵੀ, ਜੋ ਸਾਖੀ ਹੈ ਈਸ਼ਵਰ ਦੇ ਅੰਦਰ ਵੀ, ਉਸ ਨੂੰ ਬ੍ਰਹਮ ਕਿਹਾ ਹੈ। ਦੋਹਰਾ ਸੋ ਬ੍ਰਹਮ ਕਹਿ ਸੋ ਮਿਲਿਓ ਨਹਿ ਨਿਆਰੋ ਨਹਿ ਕਹਿ ਸਾਥ। ਕਹਿੰਦੇ ਜਿਹੜਾ ਉਹ ਬ੍ਰਹਮ ਹੈ ਨਾ, ਉਹ ਨਾ ਤਾਂ ਕਿਸੇ ਨਾਲ ਮਿਲਿਆ ਹੋਇਆ ਤੇ ਨਾ ਹੀ ਕਿਸੇ ਨਾਲੋਂ ਨਿਆਰਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਬ੍ਰਹਮ ਨਾ ਕਿਸੇ ਨਾਲ ਮਿਲਿਆ ਹੋਇਆ ਤੇ ਨਾ ਹੀ ਨਿਆਰਾ, ਮਿਲਿਆ ਹੋਇਆ ਵੀ ਨਹੀਂ, ਕਿਉਂਕਿ ਬ੍ਰਹਮ ਤੋਂ ਈਸ਼ਵਰ ਪੈਦਾ ਹੁੰਦਾ ਮਾਇਆ ਸਬਲ, ਉਹ ਸ੍ਰਿਸ਼ਟੀ ਰਚਦਾ ਹੈ। ਉਹ ਸ੍ਰਿਸ਼ਟੀ ਦੇ ਵਿੱਚ ਮਿਲਿਆ ਹੋਇਆ ਵੀ ਹੈ, ਸ੍ਰਿਸ਼ਟੀ ਤੋਂ ਨਿਆਰਾ ਹੋ ਕੇ ਈਸ਼ਵਰ ਰਹਿੰਦਾ ਹੈ। ਪਰ ਜਦੋਂ ਈਸ਼ਵਰ ਬ੍ਰਹਮ ਸਵਰੂਪ ਹੋ ਜਾਂਦਾ ਹੈ ਤੇ ਉਹ ਬ੍ਰਹਮ ਨਾ ਕਿਸੇ ਵਿੱਚ ਮਿਲਿਆ ਹੋਇਆ ਤੇ ਨਾ ਹੀ ਨਿਆਰਾ। ਆ ਘੜਾ ਬਣ ਜੇ ਮਕਾਨ ਦੇ ਵਿੱਚ ਖਾਲੀ ਆਕਾਸ਼ ਹੈ, ਆਪਾਂ ਕੀ ਕਹਾਂਗੇ ਵੀ ਇਹ ਮਕਾਨ ਦੇ ਵਿੱਚ, ਦਰਬਾਰ ਵਿੱਚ ਆਕਾਸ਼ ਮਿਲਿਆ ਹੋਇਆ? ਨਾ ਤਾਂ ਇਹ ਮਿਲਿਆ ਹੋਇਆ। ਤੇ ਜੇ ਬਾਹਰ ਜਾਈਏ ਤੇ ਬਾਹਰ ਵਿਆਪਕ ਰੂਪ ਵਿੱਚ ਹੈ। ਇਹ ਤਾਂ ਜਿਵੇਂ ਪਹਿਲਾਂ ਸੀ ਉਸੇ ਤਰ੍ਹਾਂ, ਬਿਲਡਿੰਗ ਉਸਰ ਗਈ, ਕੋਈ ਘੜਾ ਬਣ ਗਿਆ, ਘੜੇ ਦੇ ਵਿੱਚ ਜਿਹੜਾ ਆਕਾਸ਼ ਹੁੰਦਾ ਉਹ ਆਕਾਸ਼ ਉਹਦੇ 'ਚ ਮਿਲਿਆ ਹੋਇਆ ਨਹੀਂ ਹੈ, ਉਹਦੇ ਵਿੱਚ ਹੈ ਵੀ ਪਰ ਉਹਦੇ 'ਚ ਮਿਲਿਆ ਹੋਇਆ ਨਹੀਂ ਹੈ। ਉਹ ਤੋੜ ਦਿਓ ਤੇ ਫਿਰ ਬਾਹਰ ਵਿਆਪਕ ਹੈ, ਕੇਵਲ ਉਪਾਧੀ ਕਰਕੇ ਭੇਦ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਬ੍ਰਹਮ ਹੈ ਉਹ ਨਾ ਕਿਸੇ ਵਿੱਚ ਮਿਲਿਆ ਹੋਇਆ ਤੇ ਨਾ ਹੀ ਉਹਨੂੰ ਨਿਆਰਾ ਕਿਹਾ ਜਾ ਸਕਦਾ। ਜੇ ਮਿਲਿਆ ਹੋਇਆ ਕਹਾਂਗੇ ਤੇ ਫਿਰ ਨਿਆਰਾ ਕਹਿਣਾ ਪਵੇਗਾ, ਜੇ ਨਿਆਰਾ ਕਹਾਂਗੇ ਤੇ ਇਹਦਾ ਮਤਲਬ ਕਿਤੇ ਮਿਲਿਆ ਵੀ ਹੋਇਆ। ਇਸ ਕਰਕੇ ਨਾ ਉਸ ਨੂੰ ਮਿਲਿਆ ਹੋਇਆ, ਕਿਉਂਕਿ ਉਹ ਬ੍ਰਹਮ ਹੀ ਬ੍ਰਹਮ ਹੈ। ਜਦੋਂ ਹੈ ਹੀ ਬ੍ਰਹਮ ਤੇ ਫਿਰ ਕਿਹਦੇ ਨਾਲ ਮਿਲਿਆ ਤੇ ਕਿਹਦੇ ਤੋਂ ਨਿਆਰਾ ਹੋਇਆ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜਦੋਂ ਹੈ ਹੀ ਗੋਬਿੰਦ, ਉਹਦੇ ਬਿਨਾ ਕੋਈ ਹੋਰ ਹੈ ਹੀ ਨਹੀਂ, ਤੇ ਫਿਰ ਮਿਲਿਆ ਕਿਹਦੇ ਵਿੱਚ ਹੋਇਆ? ਜਦੋਂ ਆਪ ਹੀ ਆਪ ਹੈ। ਉਹ ਨਾ ਕਿਸੇ ਵਿੱਚ ਮਿਲਿਆ ਹੋਇਆ ਔਰ ਨਾ ਹੀ ਕਿਸੇ ਤੋਂ ਨਿਆਰਾ ਹੈ। ਨਿਰਵਿਕਲਪ ਸੋ ਬ੍ਰਹਮ ਹੈ ਔਰ ਜਨਾਏ ਗੁਰਨਾਥ। ਕਹਿੰਦੇ ਉਹ ਨਿਰਵਿਕਲਪ ਬ੍ਰਹਮ ਹੈ, ਜਿਸ ਨੂੰ ਗੁਰੂ ਕਿਰਪਾ ਕਰਕੇ ਆਪਣੇ ਸੇਵਕ ਨੂੰ ਜਣਾਉਂਦਾ ਹੈ। ਜਿਸ ਸਰੂਪ ਦਾ ਗਿਆਨ ਗੁਰੂ ਆਪਣੇ ਸੇਵਕ ਨੂੰ ਬਖਸ਼ਦਾ ਹੈ। ਬ੍ਰਹਮ ਰੂਪ ਆਨੰਦ ਹੈ, ਆਨੰਦ ਸੋ ਬ੍ਰਹਮ ਰੂਪ। ਬ੍ਰਹਮ ਆਨੰਦ ਸਵਰੂਪ ਹੈ ਤੇ ਜਿਹੜਾ ਉਹ ਆਨੰਦ ਸਰੂਪ ਹੈ ਉਹੀ ਬ੍ਰਹਮ ਹੈ। ਉੱਥੇ ਘਣਾ ਆਨੰਦ, ਘਣਾ ਆਨੰਦ, ਆਨੰਦੋ ਆਨੰਦ ਘਣਾ, ਸੋ ਪ੍ਰਭ ਡੀਠਾ ਰਾਮ। ਉਸ ਰੱਬ ਨੂੰ ਵੇਖਿਆ, ਉੱਥੇ ਘਣਾ ਹੀ ਆਨੰਦ, ਆਨੰਦ ਹੀ ਆਨੰਦ। ਆਨੰਦ ਹੀ ਬ੍ਰਹਮ ਹੈ, ਬ੍ਰਹਮ ਹੀ ਆਨੰਦ ਹੈ। ਜਿਸ ਜਾਣੇ ਬੰਧਨ ਕਟੈ ਮਿਟ ਹੈ ਅੰਧ ਤਮ ਕੂਪ। ਜਿਸ ਨੂੰ ਜਾਣਿਆ ਬੰਧਨ ਕੱਟੇ ਜਾਂਦੇ ਨੇ, ਔਰ ਜਿਸ ਖੂਹ ਵਿੱਚ ਹਨੇਰੇ 'ਚ ਅਸੀਂ ਡਿੱਗੇ ਹੋਏ ਆ, ਉਹ ਖੂਹ ਵੀ ਟੁੱਟ ਜਾਂਦਾ, ਬਿਨਸ ਜਾਂਦਾ ਹੈ। ਉਸ ਅੰਧਕਾਰ ਦਾ ਨਾਸ਼ ਹੋ ਜਾਂਦਾ ਹੈ। ਅਸੀਂ ਅੰਨੇ ਖੂਹ ਵਿੱਚ ਹੀ ਡਿੱਗੇ ਹੋਏ ਆ। ਕੂਪ ਪਰਿਓ ਜੈਸੇ ਦਾਦਰਾ, ਕਛ ਦੇਸ ਵਿਦੇਸ ਨਾ ਬੂਝ। ਜਿਵੇਂ ਖੂਹ 'ਚ ਡਿੱਗੇ ਡੱਡੂ ਨੂੰ ਨਹੀਂ ਪਤਾ ਬਾਹਰ ਦੇਸ਼ ਵਿਦੇਸ਼ ਦਾ ਕਿੱਥੇ ਹੈ, ਸਾਡੀ ਦਸ਼ਾ ਵੀ ਵਿਕਾਰਾਂ ਵਿੱਚ ਡਿੱਗਿਆਂ ਹੋਇਆਂ ਦੀ ਇਹੋ ਜਿਹੀ ਹੈ। ਪਰ ਜਦੋਂ ਬ੍ਰਹਮ ਦੇ ਸਵਰੂਪ ਨੂੰ ਜਾਣ ਲਈਏ
ਤਾਂ ਉਸ ਵੇਲੇ ਇਹ ਅੰਨਾ ਖੂਹ ਬਿਨਸ ਜਾਂਦਾ ਹੈ, ਮਿਟ ਜਾਂਦਾ ਹੈ। ਸਵਈਆ ਛੰਦ ਇਸ਼ਟ ਕਹੈ ਪ੍ਰਿਯ ਬਸਤ ਕੇ ਦਰਸ਼ਨ। ਹੁਣ 5 ਕੋਸ਼ ਚੱਲੇ ਨੇ, 5 ਕੋਸ਼ ਨੇ, ਉਹਨਾਂ ਵਿੱਚ ਇੱਕ ਹੈ ਆਨੰਦਮय ਕੋਸ਼, ਉਹਦਾ ਜ਼ਿਕਰ ਹੋਣ ਲੱਗਾ। ਇਹਨੂੰ ਤਸਬੀਹ ਦੇਣ ਲੱਗੇ ਨੇ ਇੱਕ ਪੰਛੀ ਨਾਲ। ਜਿਵੇਂ ਪੰਛੀ ਦਾ ਸਿਰ ਹੁੰਦਾ ਹੈ, 2 ਦੇ ਖੰਭ ਹੁੰਦੇ ਨੇ, ਪੂੰਛ ਹੁੰਦੀ ਹੈ, ਇਸੇ ਤਰ੍ਹਾਂ ਆਨੰਦਮय ਕੋਸ਼ ਨੂੰ ਇੱਕ ਪੰਛੀ ਦੀ ਤਸਬੀਹ ਦੇ ਕੇ ਸਮਝਾਉਣ ਲੱਗੇ। ਕਹਿੰਦੇ ਮੰਨ ਲਓ ਕਿਸੇ ਨੇ ਕੋਈ ਪਿਆਰੀ ਵਸਤੂ ਵੇਖੀ, ਵੇਖਣ ਤੋਂ ਬਾਅਦ ਇੱਛਾ ਹੋਈ ਕਿ ਮੈਨੂੰ ਪ੍ਰਾਪਤ ਹੋਵੇ। ਕੋਈ ਪਿਆਰੀ ਵਸਤੂ ਵੇਖੀ ਤੇ ਵੇਖ ਕੇ ਉਹਨੂੰ ਪ੍ਰਾਪਤ ਕਰਨ ਦੀ ਇੱਛਾ ਹੋਈ। ਹਾਂਜੀ, ਸੀਸ ਇਹੀ ਪੰਛੀ ਕੋ ਜਾਨ। ਇਹ ਸਮਝ ਲਓ ਵੀ ਇਸ ਆਨੰਦਮय ਕੋਸ਼ ਦੇ ਪੰਛੀ ਦਾ ਸਿਰ ਹੈ। ਮੰਨ ਲਓ ਕੋਈ ਚੰਗੀ ਚੀਜ਼ ਵੇਖੀ, ਵੇਖਣ ਨੂੰ ਵੇਖ ਕੇ ਖਾਣ ਦੀ ਇੱਛਾ ਹੋਈ ਵੀ ਮੈਂ ਖਾਵਾਂ, ਉਹ ਖਾਣ ਵਾਸਤੇ ਜਿਹੜੀ ਇੱਛਾ ਹੋਈ ਉਹ ਹੈ ਆਨੰਦਮय ਕੋਸ਼ ਦੇ ਪੰਛੀ ਦਾ ਸਿਰ। ਹਾਂਜੀ, ਸੋ ਪ੍ਰਾਪਤ ਲਖ ਮੋਹਦ ਦਹਨ ਪਰ। ਕਹਿੰਦੇ ਫਿਰ ਉਹ ਪ੍ਰਾਪਤ ਕਰ ਲਈ। ਮੇਰੇ ਮਨ 'ਚ ਇੱਛਾ ਹੋਈ ਬੈਠੇ ਦੀ ਕਿ ਮੈਂ ਫਰੂਟ ਖਾਵਾਂ, ਕਿਸੇ ਵਸਤੂ ਸੇਬ ਖਾਵਾਂ ਜਾਂ ਕੋਈ ਹੋਰ ਫਰੂਟ ਖਾਣ ਦੀ ਇੱਛਾ ਹੋਈ। ਉਹ ਜਿਹੜੀ ਇੱਛਾ ਸੀ ਉਹ ਤਾਂ ਹੋ ਗਿਆ ਆਨੰਦਮय ਕੋਸ਼ ਦਾ ਸਿਰ ਪੰਛੀ ਦਾ। ਫਿਰ ਜਦੋਂ ਮੈਨੂੰ ਮਿਲ ਗਿਆ, ਪ੍ਰਾਪਤ ਹੋ ਗਿਆ, ਤੇ ਪ੍ਰਾਪਤ ਹੋਣ ਤੋਂ ਬਾਅਦ ਜਿਹੜਾ ਮੋਦ ਹੁੰਦਾ, ਖੁਸ਼ੀ ਹੁੰਦੀ ਹੈ, ਹਾਂ ਵੀ ਮੈਨੂੰ ਮਿਲ ਗਈ ਹੈ ਚੀਜ਼, ਉਹ ਸਮਝ ਲਓ ਇਸ ਆਨੰਦਮय ਕੋਸ਼ ਰੂਪੀ ਪੰਛੀ ਦਾ ਸੱਜਾ ਖੰਭ ਹੈ ਜਦੋਂ ਮਿਲ ਗਿਆ। ਹਾਂਜੀ, ਭੋਗਨ ਹੋਇ ਪਰਮੋਦ ਪਰ ਆਨ। ਜਦੋਂ ਖਾ ਲਿਆ, ਖਾਣ ਤੋਂ ਬਾਅਦ ਫਿਰ ਜਿਹੜਾ ਆਨੰਦ ਆਇਆ, ਆਹਾ ਸਵਾਦ ਆ ਗਿਆ ਖਾ ਕੇ, ਆ ਵਸਤੂ ਆ ਪਦਾਰਥ, ਜਦੋਂ ਉਹਨੂੰ ਖਾਣ ਤੋਂ ਬਾਅਦ ਉਹਦਾ ਸਵਾਦ ਆਇਆ, ਉਹ ਕਹਿ ਸਕਦੇ ਆ ਵੀ ਉਸ ਆਨੰਦਮय ਰੂਪੀ ਕੋਸ਼ ਦਾ ਜਿਹੜਾ ਪੰਛੀ ਹੈ ਉਹਦਾ ਖੱਬਾ ਖੰਭ ਹੈ। ਫਿਰ ਦੱਸਦੇ ਆ ਆਨੰਦਮय ਕੋਸ਼ ਹੈ, ਸਭ ਤੋਂ ਅੰਦਰਲਾ ਕੋਸ਼ ਇਹ ਹੈ ਆਨੰਦਮय ਕੋਸ਼। ਅੰਨਮय ਕੋਸ਼ ਬਾਹਰ ਹੈ, ਸਭ ਤੋਂ ਅੰਦਰਲਾ 5ਵਾਂ ਕੋਸ਼ ਆਨੰਦਮय ਕੋਸ਼। ਭਾਈ ਸਾਹਿਬ ਉੱਥੋਂ ਸ਼ੁਰੂ ਕਰਨ ਲੱਗੇ। ਕਿਸੇ ਵਸਤੂ ਨੂੰ ਵੇਖਿਆ, ਵੇਖ ਕੇ ਇੱਛਾ ਹੋਈ ਮੈਨੂੰ ਮਿਲੇ, ਉਹ ਹੈ ਆਨੰਦਮय ਕੋਸ਼ ਰੂਪੀ ਪੰਛੀ ਦਾ ਸਿਰ। ਪ੍ਰਾਪਤ ਹੋ ਗਿਆ, ਫੜ ਲਈ ਉਹ ਵਸਤੂ, ਮਿਲ ਗਈ, ਖੁਸ਼ੀ ਹੋਈ, ਆਹਾ ਮਿਲ ਗਈ ਹੈ, ਉਸ ਪੰਛੀ ਦਾ ਹੈ ਸੱਜਾ ਖੰਭ। ਫਿਰ ਉਹਨੂੰ ਖਾ ਲਿਆ ਜਾਂ ਉਹਨੂੰ ਭੋਗ ਲਿਆ ਉਸ ਵਸਤੂ ਨੂੰ, ਉਹ ਹੈ ਉਸ ਦਾ ਖੱਬਾ ਖੰਭ। ਹਾਂਜੀ, ਹੋਨ ਆਨੰਦ ਸਰੂਪ ਕੋਸ਼ ਕੋ। ਕਹਿੰਦੇ ਆਨੰਦਮਈ ਸਰੂਪ ਹੋ ਗਿਆ, ਇਹਨੂੰ ਆਨੰਦਮय ਕੋਸ਼ ਕਹਿੰਦੇ। ਆਨੰਦ ਆ ਜਾਂਦਾ ਨਾ ਜਦੋਂ ਕਿ ਕੋਈ ਚੰਗੀ ਚੀਜ਼ ਵੇਖ ਲਈਏ ਵੀ ਇਹ ਮੇਰੇ ਕੋਲ ਹੋਣੀ ਚਾਹੀਦੀ, ਪਹਿਲਾਂ ਇੱਛਾ ਹੋਈ, ਜਦੋਂ ਆ ਗਈ ਫਿਰ ਖੁਸ਼ੀ ਹੋਈ। ਜਦੋਂ ਉਹਨੂੰ ਕੋਈ ਮੰਨ ਲਓ ਕਾਰ ਵੇਖੀ ਹੈ ਕਿਸੇ ਦੀ, ਵੇਖ ਕੇ ਇੱਛਾ ਹੋਈ ਮੇਰੇ ਕੋਲ ਹੋਣੀ ਚਾਹੀਦੀ ਹੈ, ਇੱਛਾ ਹੋਈ, ਫਿਰ ਉਹਨੂੰ ਪ੍ਰਾਪਤ ਕਰ ਲਿਆ, ਖੁਸ਼ੀ ਹੋਈ, ਜਦੋਂ ਚਲਾਇਆ ਫਿਰ ਆਨੰਦ ਆਇਆ। ਉਹ ਜਿਹੜਾ ਆਨੰਦ ਆਇਆ ਕਿਸ ਨੂੰ ਆਇਆ? ਉਹ ਆਨੰਦਮय ਕੋਸ਼ ਤੋਂ ਆਇਆ, ਉਹਨੂੰ ਕਹਿੰਦੇ ਆਨੰਦਮय ਕੋਸ਼। ਆਨੰਦਮय ਕੋਸ਼, ਅਸੀਂ ਅਕਸਰ ਇਸ ਕੋਸ਼ ਤੱਕ ਪਹੁੰਚਦੇ ਹਾਂ। ਕਈ ਵਾਰੀ ਕੀਰਤਨ ਸੁਣਨ, ਕੋਈ ਚੰਗਾ ਕੀਰਤਨੀਆ ਕੀਰਤਨ ਕਰਦਾ ਹੋਵੇ, ਕੋਈ ਚੰਗਾ ਕਥਾਕਾਰ ਕਥਾ ਕਰ ਰਿਹਾ ਹੋਵੇ, ਕੋਈ ਬਾਣੀ ਪੜਨ ਵਾਲਾ ਚੰਗੀ ਤਰੀਕੇ ਨਾਲ ਸੁਰ ਦੇ ਵਿੱਚ ਸ਼ੁੱਧ ਰੂਪ 'ਚ ਬਾਣੀ ਪੜ ਰਿਹਾ ਹੋਵੇ, ਸੁਣ ਕੇ ਇੱਛਾ ਹੋਈ ਸੁਣੋ, ਇੱਛਾ ਹੋਈ ਸੁਣਨ ਦੀ, ਕੋਲ ਬਹਿ ਗਏ, ਪ੍ਰਾਪਤ ਹੋ ਗਈ। ਫਿਰ ਜਦੋਂ ਉਹਨੂੰ ਸੁਣ ਕੇ ਹਿਰਦੇ ਵਿੱਚ ਉਤਾਰਿਆ, ਆਨੰਦ ਆਇਆ, ਪਰ ਉਹਨਾਂ ਚਿਰ ਹੀ ਆਇਆ ਜਿੰਨਾ ਚਿਰ ਹੋ ਰਿਹਾ ਸੀ। ਜਦੋਂ ਉੱਠ ਕੇ ਚਲੇ ਗਏ ਆਨੰਦ ਚਲਾ ਗਿਆ। ਉਹ ਕਿਹੜਾ ਆਨੰਦ ਸੀ? ਉਹ ਆਨੰਦਮय ਕੋਸ਼ ਦਾ ਆਨੰਦ ਸੀ, ਉਹਨੂੰ ਕਹਿੰਦੇ ਆ ਆਨੰਦਮय ਕੋਸ਼। ਹਾਂਜੀ, ਬ੍ਰਹਮ ਪੂਛ ਲਖੀਐ ਤਿਸ ਤਾਨ। ਹੁਣ ਪੰਛੀ ਦੀ ਪੂੰਛ ਵੀ ਹੁੰਦੀ ਹੈ, ਕਹਿੰਦੇ ਇਸ ਆਨੰਦਮय ਕੋਸ਼ ਰੂਪੀ ਪੰਛੀ ਦੀ ਜਿਹੜੀ ਪੂੰਛ ਹੈ ਉਹ ਹੈ ਬ੍ਰਹਮ, ਯਾਨੀ ਕਿ ਆਨੰਦਮय ਕੋਸ਼ ਜਿਸ ਦੇ ਆਸ਼ਰਿਤ ਚੱਲ ਰਿਹਾ ਹੈ, ਕਿਉਂਕਿ ਆਨੰਦਮय ਕੋਸ਼ ਦੇ ਅੰਦਰ ਬ੍ਰਹਮ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। 5 ਪੜਦੇ ਨੇ, ਸਭ ਤੋਂ ਉੱਪਰਲਾ ਪੜਦਾ ਅੰਨਮय ਕੋਸ਼ ਹੈ, ਫਿਰ ਦੂਸਰਾ ਪੜਦਾ ਲਾਓ ਪ੍ਰਾਣਮय ਕੋਸ਼ ਹੈ, ਤੀਸਰਾ ਪੜਦਾ ਪਾਸੇ ਕਰੋ,
ਫਿਰ ਮਨੋਮय ਕੋਸ਼ ਹੈ। ਚੌਥਾ ਪੜਦਾ ਪਾਸੇ ਕਰੋ, ਵਿਗਿਆਨਮय ਕੋਸ਼ ਹੈ। ਫਿਰ ਪੰਜਵਾਂ ਪੜਦਾ ਪਾਸੇ ਕਰੋ ਤੇ ਉੱਥੇ ਆਨੰਦਮय ਕੋਸ਼। ਪੰਜਵੇਂ ਆਨੰਦਮय ਕੋਸ਼ ਨੂੰ ਪਾਸੇ ਕਰੋ ਤੇ ਫਿਰ ਉੱਥੇ ਆਤਮਾ ਦਾ ਨਿਵਾਸ ਹੈ, ਬ੍ਰਹਮ ਦਾ ਨਿਵਾਸ ਹੈ। ਇਹ ਪੰਜ ਜਿਵੇਂ ਇਦਾਂ ਕਹਿ ਲਈਏ ਵੀ ਇੱਕ ਡੱਬਾ ਬਾਹਰ ਹੈ, ਉਹਦੇ ਵਿੱਚ ਫਿਰ ਦੂਜਾ ਡੱਬਾ, ਦੂਜੇ ਵਿੱਚ ਫਿਰ ਤੀਜਾ ਡੱਬਾ, ਤੀਜੇ 'ਚ ਚੌਥਾ, ਚੌਥੇ ਵਿੱਚ ਫਿਰ ਪੰਜਵਾਂ ਡੱਬਾ। ਉਸ ਪੰਜਵੇਂ ਡੱਬੇ 'ਚ ਹੀਰਾ ਪਿਆ ਹੋਇਆ। ਸਾਡੀ ਆਤਮਾ ਉਹ ਹੀਰਾ ਹੈ, ਉਹਦੇ ਉੱਪਰ ਇਹ ਡੱਬਾ ਹੈ ਆਨੰਦਮय ਕੋਸ਼। ਉਹ ਜਿਹੜਾ ਬ੍ਰਹਮ ਹੈ ਉਹ ਕਹਿੰਦੇ ਮਾਨੋ ਇਸ ਪੰਛੀ ਦੀ, ਇਸ ਆਨੰਦਮय ਕੋਸ਼ ਰੂਪੀ ਪੰਛੀ ਦੀ ਪੂੰਛ ਹੈ। ਹਾਂਜੀ, ਬ੍ਰਹਮ ਅਵੈਵ ਭਇਓ ਨਹਿ ਸ਼ੰਕੋ। ਹੁਣ ਕੋਈ ਸ਼ੰਕਾ ਨਾ ਕਰ ਲੋ ਵੀ ਬ੍ਰਹਮ ਨੂੰ ਪੂੰਛ ਕਹਿ ਦਿੱਤਾ। ਕਹਿੰਦੇ ਅਸਲ ਵਿੱਚ ਬ੍ਰਹਮ ਅਵੈਵ ਹੈ, ਉਹਦਾ ਕੋਈ ਅੰਗ ਨਹੀਂ ਹੈ, ਉਹ ਨਿਰਾਕਾਰ ਹੈ। ਹਾਂਜੀ, ਆਸ਼ਰਿਤ ਤੇ ਕਹਿ ਹੈ ਪੁੰਛ ਸਮਾਨ। ਉਹ ਆਸਰਾ ਹੈ ਆਨੰਦਮय ਕੋਸ਼ ਦਾ, ਇਸ ਕਰਕੇ ਉਹਨੂੰ ਪੂੰਛ ਸਮਾਨ ਕਹਿ ਦਿੱਤਾ। ਉਦਾਹਰਣ ਦਿੱਤੀ ਹੈ, ਅਸਲ ਵਿੱਚ ਉਹ ਪੂੰਛ ਹੈ ਨਹੀਂ, ਸਮਝਾਉਣ ਲਈ ਉਦਾਹਰਣ ਦਿੱਤੀ ਹੈ। ਅਸਲ ਵਿੱਚ ਉਹ ਨਿਰਾਵੈਵ ਹੈ, ਅਵੈਵ ਹੈ, ਉਹਦਾ ਕੋਈ ਅੰਗ ਨਹੀਂ ਹੈ। ਪਰ ਆਸ਼ਰਿਤ ਹੋਣ ਕਰਕੇ ਵੀ ਉਹ ਆਨੰਦਮय ਕੋਸ਼ ਦਾ ਆਸ਼ਰਿਤ ਹੈ, ਉਹਦੇ ਆਸ਼ਰਿਤ ਹੀ ਆਨੰਦਮय ਕੋਸ਼ ਟਿਕਿਆ ਹੋਇਆ ਹੈ, ਤਾਂ ਕਰਕੇ ਉਸ ਨੂੰ ਪੂੰਛ ਕਹਿ ਦਿੱਤਾ ਬ੍ਰਹਮ ਨੂੰ। ਅਸਲ ਵਿੱਚ ਉਹ ਅਵੈਵ ਹੈ, ਉਸ ਬ੍ਰਹਮ ਦੇ ਆਸ਼ਰਿਤ ਹੀ ਉਹ ਆਨੰਦਮय ਕੋਸ਼ ਟਿਕਿਆ ਹੋਇਆ ਹੈ। ਦੋਹਰਾ ਕਾਰਨ ਇਹੀ ਸਰੀਰ ਹੈ, ਬੈਸ਼ਟ ਜੀਵ ਇੱਕ ਕੇਰ। ਖਾਲਸਾ ਜੀ, ਜਿਹੜਾ ਇਹ ਆਨੰਦਮय ਕੋਸ਼ ਹੈ ਨਾ, ਇਸੇ ਮਟੀਰੀਅਲ ਤੋਂ ਬਣਿਆ ਸਾਡਾ ਕਾਰਨ ਸਰੀਰ। ਤਿੰਨ ਦੇਹਾਂ ਨੇ ਨਾ, ਸਥੂਲ, ਸੂਖਸ਼ਮ ਤੇ ਕਾਰਨ, ਜਿਸ ਦੇ ਤਿੰਨ ਵਿਮਾਨੀ ਵੀ ਦੱਸੇ ਨੇ, ਵਿਸ਼ਵ, ਤੈਜਸ ਔਰ ਪ੍ਰਾਗ। ਜਾਗਰਤ, ਸਵਪਨ ਤੇ ਸੁਖੋਪਤੀ, ਇਹਦੇ ਤਿੰਨ ਪੜਾਅ ਵੀ ਦੱਸੇ ਨੇ, ਉਹ ਪਿੱਛੇ ਆਪ ਜੀ ਨੇ ਸੁਣੇ ਨੇ। ਹੁਣ ਕਾਰਨ ਸਰੀਰ ਮਟੀਰੀਅਲ ਕਿਸ ਤੋਂ ਬਣਿਆ, ਉਹ ਕਾਹਦਾ ਬਣਿਆ ਹੋਇਆ? ਕਹਿੰਦੇ ਉਹ ਆਨੰਦਮय ਕੋਸ਼ ਦਾ ਬਣਿਆ ਹੋਇਆ ਕਾਰਨ ਸਰੀਰ। ਹਾਂਜੀ, ਤਿਮ ਸ਼ਮਸ਼ ਹੈ ਈਸ਼ ਕੋ, ਅੰਤਰ ਸਭ ਤੇ ਹੇਰ। ਕਹਿੰਦੇ ਇਸੇ ਤਰ੍ਹਾਂ ਜਿਵੇਂ ਜੀਵ ਦਾ ਇਹ ਕਾਰਨ ਸਰੀਰ ਹੈ ਆਨੰਦਮय ਕੋਸ਼, ਇਸੇ ਤਰ੍ਹਾਂ ਇਹੀ ਕਾਰਨ ਸਰੀਰ ਈਸ਼ਵਰ ਦਾ ਵੀ ਹੈ, ਉੱਥੇ ਵੀ ਇਹੀ ਆਨੰਦ ਹੈ। ਹਾਂਜੀ, ਇਸ ਉਪਰ ਤ੍ਰੈ ਕੋਸ਼ ਜੋ ਜਾਨੋ ਲਿੰਗ ਸਰੀਰ। ਆਨੰਦਮय ਕੋਸ਼ ਦੇ ਉੱਤੇ ਜਿਹੜੇ ਤਿੰਨ ਕੋਸ਼ ਹੋਰ ਨੇ, ਜਿਵੇਂ ਕੋਸ਼ ਨਾਮ ਤਲਵਾਰ ਦੇ ਮਿਆਨ ਨੂੰ ਵੀ ਕਹਿ ਦਿੰਦੇ ਆ, ਵੀ ਮਿਆਨ ਦਾ ਜਿਹੜਾ ਤਲਵਾਰ ਦਾ ਜਿਹੜਾ ਮਿਆਨ ਹੈ ਇਹਨੂੰ ਕੋਸ਼ ਵੀ ਕਹਿ ਦਿੰਦੇ ਆ। ਆਨੰਦਮय ਕੋਸ਼ ਦੇ ਉੱਤੇ ਜਿਹੜੇ ਹੋਰ ਤਿੰਨ ਕੋਸ਼ ਹਨ, ਉਹਨੂੰ ਸੂਖਸ਼ਮ ਸਰੀਰ ਉਹਦਾ ਬਣਿਆ ਹੋਇਆ। ਹਾਂਜੀ, ਬੈਸ਼ਟ ਜੀਵ ਕੇ ਏਕ ਹੈ, ਸ਼ਮਸ਼ ਈਸ਼ ਕੋ ਤੀਰ। ਦੁਬਾਰਾ ਪੜੋ। ਬੈਸ਼ਟ ਜੀਵ ਕੇ ਏਕ ਹੈ। ਵਿਅਸ਼ਟੀ ਰੂਪ ਕਰਕੇ ਜੀਵ ਦਾ ਜਿਹੜਾ ਇੱਕ ਸਰੀਰ ਆ, ਮਨੁੱਖ ਦਾ, ਸਾਡਾ ਮੇਰਾ ਸਰੀਰ ਇੱਕ ਵਿਅਸ਼ਟੀ ਰੂਪ ਦੇ ਵਿੱਚ ਇੱਕ ਹੈ। ਸਮਸ਼ ਈਸ਼ ਕੋ ਤੀਰ। ਤੇ ਸਮਸ਼ਟੀ ਰੂਪ ਚ ਤੁਹਾਡੇ ਸਾਰਿਆਂ ਦੇ ਸਰੀਰ ਇਹ ਈਸ਼ਵਰ ਦਾ ਹੈ, ਇਹ ਸੂਖਸ਼ਮ ਸਰੀਰ ਈਸ਼ਵਰ ਦਾ ਕਿਹਾ ਜਾਏਗਾ। ਕੋਸ਼ ਅੰਨ ਮੈਂ ਵਹਿਰ ਕੋ, ਜਾਨੋ ਸਕਲ ਸਰੀਰ। ਜਿਹੜਾ ਇਹ ਅੰਨਮय ਕੋਸ਼ ਹੈ, ਇਹ ਬਾਹਰ ਦਾ ਕੋਸ਼ ਹੈ ਸਰੀਰ ਦਾ, ਇਹ ਤੁਸੀਂ ਸਾਰਿਆਂ ਦੇ ਜਾਣ ਲਵੋ। ਸਿਰ ਸਿਰ ਬਾਹੂ ਬਾਹੂ ਦਵੈ। ਹੁਣ ਜਿਵੇਂ ਪੰਛੀ ਦਾ ਸਿਰ ਹੁੰਦਾ ਹੈ, ਆ ਜਿਹੜਾ ਸਥੂਲ ਸਰੀਰ ਆ ਬਾਹਰ, ਇਹਦਾ ਜਿਹੜਾ ਸਿਰ ਹੈ ਮੰਨ ਲਓ ਪੰਛੀ ਦਾ ਸਿਰ ਹੈ, ਤੇ ਜਿਹੜੀਆਂ ਦੋ ਬਾਹਾਂ ਨੇ ਮੰਨ ਲਓ ਵੀ ਦੋ ਪੰਛੀ ਦੇ ਖੰਭ ਹਨ। ਪ੍ਰਿਸ਼ਟ ਥਿਰੈ ਜਹ ਤੀਰ। ਤੇ ਪ੍ਰਿਸ਼ਟ ਜਿੱਥੇ ਚੌਂਕੜਾ ਮਾਰ ਕੇ ਬੈਠ ਜਾਂਦਾ, ਇਹਦੀ ਪਿੱਠ ਮੰਨ ਲਵੋ। ਚੌਪਈ ਪੰਜ ਕੋਸ਼ ਪੰਛੀ ਪੰਜ ਕਹੇ। ਪੰਜ ਕੋਸ਼ ਭਾਈ ਦਇਆ ਸਿੰਘ ਜੀ ਕਹਿੰਦੇ ਪੰਜ ਪੰਛੀਆਂ ਦੇ ਰੂਪ 'ਚ ਵਰਣਨ ਕੀਤੇ ਹੈ। ਪੰਜ ਕੋਸ਼ ਪੰਜ ਪੰਛੀਆਂ ਦੇ ਰੂਪ ਦੇ ਵਿੱਚ ਵਰਣਨ ਕੀਤੇ ਗਏ ਨੇ। ਬੀਚ ਵੇਦ ਕੇ ਸੰਤਨ ਲਹੈ। ਮਹਾਂਪੁਰਸ਼ਾਂ ਨੇ ਵੇਦਾਂ ਵਿੱਚ, ਧਰਮ ਗ੍ਰੰਥਾਂ ਵਿੱਚ, ਸਾਧੂਆਂ ਨੇ ਇਹਦੇ ਬਾਰੇ ਦੱਸਿਆ ਹੈ। ਪੰਜ ਕਰਮ ਇੰਦਰੀ ਪੰਜ ਪ੍ਰਾਨ। ਹੁਣ ਪੰਜ ਇੰਦਰੀਆਂ ਤੇ ਜਿਹੜੇ ਪੰਜ ਪ੍ਰਾਣ, ਪੰਜ ਕਰਮ ਇੰਦਰੀਆਂ ਤੇ ਪੰਜ ਜਿਹੜੇ ਪ੍ਰਾਣ ਹਨ, ਕੋਸ਼ ਪ੍ਰਾਣ ਮੈਂ ਜਾਨ ਸੁਜਾਨ। ਇਹਨਾਂ ਨੂੰ ਤੁਸੀਂ ਕਹਿ ਸਕਦੇ ਹੋ ਪ੍ਰਾਣਮय ਕੋਸ਼। ਆ ਜਿਹੜਾ ਬਾਹਰਲਾ ਸਰੀਰ ਪਿਆ ਇਹਨੂੰ ਕਹਿੰਦੇ ਨੇ ਅੰਨਮय ਕੋਸ਼। ਆਨੰਦਮय ਕੋਸ਼ ਤੋਂ ਫਿਰ ਸਿੱਧਾ ਬਾਹਰਲੇ ਅੰਨਮय ਕੋਸ਼ ਦਾ ਜ਼ਿਕਰ ਕਰਨ ਲੱਗੇ ਤਰਤੀਬ ਮੁਤਾਬਕ।
ਜਿਹੜਾ ਆਨੰਦਮय ਕੋਸ਼ ਹੈ ਉਹਦਾ ਕਾਰਨ ਸਰੀਰ ਬਣਿਆ ਹੋਇਆ। ਜਿਹੜੇ 3 ਕੋਸ਼ ਦੂਜੇ ਦੱਸੇ ਨੇ, ਪ੍ਰਾਣਮय ਕੋਸ਼, ਮਨੋਮय ਤੇ ਵਿਗਿਆਨਮय ਕੋਸ਼, ਉਹਦਾ ਸੂਖਸ਼ਮ ਸਰੀਰ ਬਣਿਆ ਹੋਇਆ। ਵਿਅਸ਼ਟੀ ਕਰਕੇ ਇੱਕ ਸਰੀਰ ਦਾ ਮਨੁੱਖ ਦਾ ਹੈ ਔਰ ਸਮਸ਼ਟੀ ਕਰਕੇ ਈਸ਼ਵਰ ਦਾ ਹੈ। ਇਸੇ ਤਰ੍ਹਾਂ ਜਿਹੜਾ ਅਨਮय ਕੋਸ਼ ਹੈ ਉਹ ਬਾਹਰ ਹੀ ਨਜ਼ਰ ਆ ਰਿਹਾ ਹੈ। ਇਹ ਵੀ ਪੰਛੀ ਦੇ ਸਮਾਨ ਚ ਬਿਆਨ ਕੀਤਾ ਵੀ ਜਿਹੜਾ ਮਨੁੱਖ ਦਾ ਸਿਰ ਹੈ ਪੰਛੀ ਦਾ ਸਿਰ ਕਹਿ ਲੋ, ਜਿਹੜੀਆਂ ਇਹਦੀਆਂ 2 ਬਾਹਾਂ ਨੇ ਉਹ 2 ਪੰਛੀ ਦੇ ਖੰਭ ਕਹਿ ਲੋ, ਜਿਹੜੀ ਇਹਦੀ ਪਿਸ਼ਟ ਹੈ ਉਹਦੀ ਪੂੰਛ ਕਹਿ ਲਵੋ, ਜਿੱਥੇ ਬੈਠਦਾ ਧੀਰਜ ਜਨੀ। ਹੁਣ ਅੱਗੇ ਪ੍ਰਾਣਮय ਕੋਸ਼ ਚੱਲਿਆ ਵੀ ਪ੍ਰਾਣਮय ਕੋਸ਼ ਕਿਸ ਨੂੰ ਕਹਿੰਦੇ ਨੇ। ਪ੍ਰਾਣਮय ਕੋਸ਼ ਬਣਦਾ 5 ਕਰਮ ਇੰਦਰੀਆਂ, 5 ਇੰਦਰੀ ਤੇ 5 ਜਿਹੜੇ ਉਹਦੇ ਪ੍ਰਾਣ ਹਨ। 5 ਕਿਉਂਕਿ ਪ੍ਰਾਣ ਜਿਹੜੇ ਨੇ ਉਹ 5 ਨੇ, ਪਾਨ, ਸਮਾਨ, ਬਿਆਨ, ਉਦਿਆਨ, ਇਦਾਂ 5 ਪ੍ਰਕਾਰ ਦੇ ਪ੍ਰਾਣ ਸਰੀਰ ਦੇ ਵੱਖੋ ਵੱਖਰੇ ਹਿੱਸਿਆਂ 'ਚ ਕੰਮ ਕਰਦੇ ਆ। ਇਹ ਜਿਹੜੇ 5 ਪ੍ਰਾਣ ਕਹੇ ਹਨ ਇਹਨੂੰ ਕੋਸ਼ ਪ੍ਰਾਣਮय ਜਾਨ ਸੁਜਾਨ। ਇਹ ਪ੍ਰਾਣਮय ਕੋਸ਼ ਕਰਕੇ ਜਾਣੋ ਸਿਆਣੇ ਜਨੋ। ਏਕ ਪ੍ਰਾਣ ਕੀ ਚਾਰਹੁ ਪੌਣ। ਇੱਕੋ ਪ੍ਰਾਣ ਦੀਆਂ ਅੱਗੇ 4 ਪਵਨਾਂ ਵੱਖੋ ਵੱਖਰੀਆਂ ਬਣੀਆਂ ਨੇ। ਸਰੀਰ ਦਾ ਅੱਖਾਂ ਜਿਹੜੀਆਂ ਫਰਕਦੀਆਂ ਨੇ ਇਹਦੇ 'ਚ ਵੱਖਰੀ ਪਵਨ ਕੰਮ ਕਰਦੀ। ਜਦੋਂ ਅਸੀਂ ਜੰਭਾਈ ਲੈਨੇ ਆ, ਉਬਾਸੀ ਲੈਨੇ ਆ, ਉਦੋਂ ਵੱਖਰੀ ਪ੍ਰਾਣ ਹਵਾ ਕੰਮ ਕਰਦੀ ਹੈ। ਜਿਹੜੀ ਸਾਰੇ ਸਰੀਰ ਵਿੱਚ ਚੱਲਦੀ ਹੈ ਉਹ ਵੱਖਰੀ। ਇੱਕੋ ਹੀ ਪ੍ਰਾਣ ਦੇ ਅੱਗੇ 4 ਹਿੱਸੇ ਬਣ ਗਏ ਹਨ। ਸਿਰ ਇੱਕ ਪਰ ਦਵੈ ਪੂਛ ਇੱਕ ਤਾਨ। ਉਹ ਜਿਹੜੇ 5 ਪ੍ਰਾਣਾਂ ਦੇ ਅੱਗੇ 4 ਹੋਰ ਬਣੇ ਨੇ ਉਹ ਸਮਝ ਲਓ 4ਾਂ ਵਿੱਚੋਂ ਪੰਛੀ ਦਾ ਇੱਕ ਸਿਰ ਹੈ, 2 ਖੰਭ ਨੇ, ਇੱਕ ਪੂੰਛ ਹੈ। 4 ਨੇ ਨਾ, 4 ਪ੍ਰਾਣ ਜਿਹੜੇ ਨੇ। 4 ਪ੍ਰਾਣਾਂ ਵਿੱਚੋਂ ਇੱਕ ਨੂੰ ਸਿਰ ਸਮਝ ਲਓ, 2 ਜਿਹੜੀਆਂ ਹਵਾਵਾਂ ਨੇ ਜਿਹੜੀਆਂ ਪ੍ਰਾਣ ਨੇ ਉਹ 2 ਖੰਭ ਸਮਝ ਲਓ ਔਰ ਇੱਕ ਨੂੰ ਪੂੰਛ ਕਰਕੇ ਜਾਣ ਲਵੋ। ਏਦਾਂ ਪੰਛੀ ਦੇ ਰੂਪ ਦੇ ਵਿੱਚ ਪ੍ਰਾਣਮय ਕੋਸ਼ ਦਾ ਵਰਣਨ ਹੋਇਆ। ਕਰਮ ਇੰਦਰੀਆਂ ਮਨ ਕੇ ਸਹਿਤ। ਕਰਮ ਇੰਦਰੀਆਂ ਜਿਹੜੀਆਂ ਮਨ ਦੇ ਸਹਿਤ ਚੱਲਦੀਆਂ ਹਨ। ਕੋਸ਼ ਮਨੋਮੈ ਇਸ ਕੋ ਕਹਿਤ। ਇਹਨੂੰ ਮਨੋਮय ਕੋਸ਼ ਕਹਿੰਦੇ ਨੇ। ਸਾਡੀਆਂ ਜਿਹੜੀਆਂ ਕਰਮ ਇੰਦਰੀਆਂ ਨੇ ਇਹ ਮਨ ਕਰਕੇ, ਮਨ ਨੇ ਕਿਹਾ ਹੱਥਾਂ ਨੂੰ ਫੜੋ ਤੇ ਹੱਥ ਫੜਦੇ ਆ, ਮਨ ਨੇ ਕਿਹਾ ਪੈਰਾਂ ਨੂੰ ਚੱਲੋ ਤੇ ਪੈਰ ਚੱਲਦੇ ਆ। ਯਾਨੀ ਕਿ ਮਨ ਇਹਨਾਂ ਇੰਦਰੀਆਂ ਦਾ ਪ੍ਰੇਰਕ ਹੈ। ਜਿਹੜੀਆਂ ਸਾਡੀਆਂ 5 ਕਰਮ ਇੰਦਰੀਆਂ ਨੇ ਔਰ ਉਹਨਾਂ ਨੂੰ ਪ੍ਰੇਰਨ ਵਾਲਾ ਜਿਹੜਾ ਮਨ ਹੈ ਇਹਨੂੰ ਮਨੋਮय ਕੋਸ਼ ਕਹਿੰਦੇ ਆ। ਜਿਹੜਾ ਤੀਸਰਾ ਕੋਸ਼ ਅੰਦਰ, ਬਾਹਰ ਅਨਮय ਕੋਸ਼, ਫਿਰ ਪ੍ਰਾਣਮय ਕੋਸ਼, ਹੁਣ ਮਨੋਮय ਕੋਸ਼ ਇਸ ਨੂੰ ਆਖਦੇ ਹਨ। ਗਿਰਾ ਬੈਖਰੀ ਇਸ ਕੋ ਸਿਰ ਹੈ। ਜਿਹੜੀ ਇਹ ਮਨੋਮय ਕੋਸ਼ ਹੈ ਇਹਦੇ ਚ 4 ਬਾਣੀਆਂ ਨੇ, ਪਰਾ, ਪਸ਼ੰਤੀ, ਮੱਧਮਾ, ਬੈਖਰੀ। ਜਿਹੜੀ ਬੈਖਰੀ ਬਾਣੀ ਆ ਮੈਂ ਜੋ ਬੋਲ ਰਿਹਾ ਇਹਨੂੰ ਬੈਖਰੀ ਕਹਿੰਦੇ ਹਨ। ਪਸ਼ਯੰਤੀ ਮੱਧਮਾ ਜੁਗ ਪਰ ਹੈ। ਕਹਿੰਦੇ ਇਹ ਜੋ ਬੋਲ ਰਿਹਾ ਬੈਖਰੀ ਇਹ ਸਮਝ ਲਓ ਇਸ ਮਨੋਮय ਕੋਸ਼ ਰੂਪੀ ਪੰਛੀ ਦਾ ਸਿਰ ਹੈ। ਫਿਰ ਜਿਹੜੀ ਮੱਧਮਾ ਤੇ ਪਸ਼ਯੰਤੀ ਹੈ ਇਸ ਪੰਛੀ ਦੇ ਮਾਨੋ 2 ਖੰਭ ਹਨ। ਪਰਾ ਪੁੰਛ ਇਹ ਜਾਨ ਸੁਜਾਨ। ਤੇ ਜਿਹੜੀ ਪਰਾ ਬਾਣੀ ਹੈ ਉਹ ਇਸ ਮਨੋਮय ਰੂਪੀ ਕੋਸ਼ ਦੀ ਪੰਛੀ ਦੀ ਪੂੰਛ ਹੈ। ਭਇਓ ਬਿਹੰਗਮ ਇਸੀ ਵਿਧਾਨ। ਇਸੇ ਵਿਧਾਨ ਨਾਲੇ ਮਨੋਮय ਕੋਸ਼ ਵੀ ਪੰਛੀ ਹੋ ਗਿਆ। ਇਹਨੂੰ ਵੀ ਪੰਛੀ ਕਹਿ ਲਓ। ਪੰਚੋ ਇੰਦਰੈ ਗਿਆਨ ਸੁਹਾਏ। ਫਿਰ ਅੱਗੇ 5 ਗਿਆਨ ਇੰਦਰੀਆਂ ਨੇ। ਉਹਨਾਂ ਵਿੱਚ 5 ਗਿਆਨ ਇੰਦਰੀਆਂ ਅੱਖਾਂ ਨੇ, ਕੰਨ ਨੇ, ਨਾਸਕਾ ਹੈ, ਚਮੜੀ ਹੈ, ਜ਼ੁਬਾਨ। ਇਹ ਜਿਹੜੀਆਂ 5 ਗਿਆਨ ਇੰਦਰੀਆਂ ਹਨ ਔਰ ਖਸ਼ਟਮੀ ਬੁੱਧ ਮਿਲਾਏ। ਇਹਦੇ ਵਿੱਚ ਬੁੱਧੀ 6ਵੀਂ ਮਿਲਦੀ ਹੈ। ਕਿਉਂਕਿ ਗਿਆਨ ਬੁੱਧੀ ਨੂੰ ਹੁੰਦਾ ਨਾ। ਅੱਖਾਂ ਨਾਲ ਅਸੀਂ ਜਦੋਂ ਵੇਖਦੇ ਆ ਤੇ ਗਿਆਨ ਕਿਸ ਨੂੰ ਹੁੰਦਾ? ਸਾਡੀ ਬੁੱਧੀ ਨੂੰ ਹੁੰਦਾ। ਕੰਨਾਂ ਨਾਲ ਸੁਣਨ ਦਾ ਗਿਆਨ ਹੁੰਦਾ, ਸਾਡੀ ਬੁੱਧੀ ਨੂੰ ਹੁੰਦਾ। ਬੁੱਧੀ ਮਿਲੀ ਹੋਈ ਇਹਨਾਂ ਗਿਆਨ ਇੰਦਰੀਆਂ ਵਿੱਚ। ਇਹ ਜਿਹੜੀਆਂ 5 ਗਿਆਨ ਇੰਦਰੀਆਂ ਨੇ ਇਹਨਾਂ ਦੇ ਨਾਲ ਜਿਹੜੀ ਸਾਡੀ 6ਵੀਂ ਬੁੱਧੀ ਮਿਲੀ ਹੋਈ ਹੈ। ਕੋਸ਼ ਵਿਗਿਆਨ ਮਯੰ ਇਹ ਜਾਨੋ। ਇਹਨੂੰ ਵਿਗਿਆਨਮय ਕੋਸ਼ ਕਹਿੰਦੇ ਹਨ ਵਿਦਵਾਨ ਜਨ। ਇਹ ਵਿਗਿਆਨਮय ਕੋਸ਼ ਹੈ। ਤਿਨ ਸਮ ਇਹ ਪੰਛੀ ਪਹਿਚਾਨੋ। ਇਹਨੂੰ ਵੀ ਉਹਨਾਂ ਪੰਛੀਆਂ ਦੇ ਸਮਾਨ ਨਹੀਂ ਜਾਣੋ ਜਿਵੇਂ ਉਹ ਪੰਛੀ ਦੱਸੇ ਨੇ। ਵਿਗਿਆਨਮय ਕੋਸ਼ ਵੀ ਪੰਛੀ ਹੈ। 3 ਕੋਸ਼ ਜੋ ਕਰੇ ਬਖਾਨ। ਆ ਜਿਹੜੇ 3 ਕੋਸ਼ ਦੱਸੇ ਹਨ ਇਹ ਹੈ ਲਿੰਗ ਸਰੀਰ ਪਛਾਨ। ਇਹਦਾ ਲਿੰਗ ਸਰੀਰ ਬਣਦਾ ਜਿਹਨੂੰ ਸੂਖਸ਼ਮ ਸਰੀਰ ਕਹਿੰਦੇ ਹਨ। ਪੰਚੋ ਕੋਸ਼ ਰੋ 3 ਸਰੀਰ। ਕਹਿੰਦੇ 5 ਕੋਸ਼ ਤੇ 3 ਸਰੀਰ ਦੱਸੇ ਨੇ। 5 ਕੋਸ਼ ਦੱਸੇ। 5 ਕੋਸ਼ ਮੋਟੇ ਜੇ ਫਿਰ ਦੱਸਦੇ ਆ। ਆ ਬਾਹਰ ਜਿਹੜਾ ਹੈ ਇਹ ਅੰਨਮय ਕੋਸ਼ ਹੈ, ਅੰਨ ਤੋਂ ਬਣਿਆ। ਮਾਂ ਪਿਓ ਨੇ ਅੰਨ ਖਾਧਾ
ਉਸ ਅੰਨ ਤੋਂ ਅੱਗੇ ਸਰੀਰ ਦੀ ਉਤਪਤੀ ਹੋਈ। ਦੂਸਰਾ ਹੈ ਪ੍ਰਾਣਮय ਕੋਸ਼, 5 ਕਰਮ ਇੰਦਰੀਆਂ ਤੇ 5 ਪ੍ਰਾਣ ਤੇ ਫਿਰ ਮਨ। ਇਹਦਾ ਬਣਦਾ ਹੈ ਪ੍ਰਾਣਮय ਕੋਸ਼। ਫਿਰ ਉਹਦੇ ਅੰਦਰ ਹੈ ਮਨੋਮय ਕੋਸ਼, 5 ਕਰਮ ਇੰਦਰੀਆਂ ਤੇ 6ਵਾਂ ਉਹਨਾਂ ਨੂੰ ਪ੍ਰੇਰਨ ਵਾਲਾ ਮਨ, ਉਹਦਾ ਮਨੋਮय ਕੋਸ਼ ਬਣ ਗਿਆ। ਇਸੇ ਤਰ੍ਹਾਂ 5 ਗਿਆਨ ਇੰਦਰੀਆਂ ਔਰ ਉਹਨਾਂ ਨੂੰ ਪ੍ਰੇਰਨੇ ਵਾਲੀ, ਨਿਰਣਾ ਕਰਨੇ ਵਾਲੀ ਬੁੱਧੀ ਉਹਦੇ ਵਿੱਚ ਮਿਲ ਗਈ, ਉਹਦਾ ਬਣਿਆ ਵਿਗਿਆਨਮय ਕੋਸ਼। ਤੇ ਜਿੱਥੇ ਆਨੰਦ ਹੈ, ਪਿੱਛੇ ਜਿਵੇਂ ਦੱਸ ਦਿੱਤਾ ਕੋਈ ਪ੍ਰਾਪਤ, ਉਹ ਆਨੰਦਮय ਕੋਸ਼ ਹੈ। ਜਿਹੜਾ ਇਹ ਬਾਹਰਲਾ ਸਰੀਰ ਹੈ ਇਹਨੂੰ ਕਹਿੰਦੇ ਆ ਸਥੂਲ ਸਰੀਰ। ਪ੍ਰਾਣਮय ਕੋਸ਼, ਮਨੋਮय ਕੋਸ਼ ਔਰ ਵਿਗਿਆਨਮय ਕੋਸ਼, ਇਹ ਜਿਹੜੇ 3 ਕੋਸ਼ ਨੇ, ਇਹਨਾਂ ਦਾ ਬਣਦਾ ਸੂਖਸ਼ਮ ਸਰੀਰ। ਜਿਹੜਾ ਆਨੰਦਮय ਕੋਸ਼ ਦੱਸਿਆ ਅੰਦਰਲਾ 5ਵਾਂ, ਉਹਦਾ ਬਣਦਾ ਹੈ ਕਾਰਨ ਸਰੀਰ। ਭਾਈ ਦਇਆ ਸਿੰਘ ਜੀ ਕਹਿੰਦੇ ਏਦਾਂ ਮੈਂ ਤੁਹਾਨੂੰ ਇਹ 5 ਕੋਸ਼ ਤੇ 3 ਸਰੀਰਾਂ ਬਾਰੇ ਦੱਸਿਆ। ਇਹ 5 ਕੋਸ਼ ਔਰ 3 ਸਰੀਰ ਨੇ ਮਨੁੱਖ ਦੇ। ਵਰਣਨ ਕਰੇ ਲਖੋ ਔਰ ਧੀਰ, ਇਹ ਵਰਣਨ ਕਰਕੇ ਤੁਹਾਨੂੰ ਦੱਸੇ ਨੇ। ਹੇ ਧੀਰ ਜੀ ਮਨੁੱਖੋ, ਧੀਰ ਜੀ ਗੁਰਸਿੱਖੋ, ਇਸ ਨੂੰ ਚੰਗੀ ਤਰ੍ਹਾਂ ਹਿਰਦੇ 'ਚ ਲੱਖ ਲਓ। ਖਾਲਸਾ ਜੀ ਮਹਾਂਪੁਰਸ਼ ਇਹਦਾ ਫਿਰ ਲੈ ਚਿੰਤਨ ਕਰਦੇ ਆ, ਆਤਮਾ ਤੱਕ ਕਿਵੇਂ ਪਹੁੰਚਿਆ ਜਾਏ, ਉਹ ਲੈ ਚਿੰਤਨ ਕਰਦੇ। ਪਹਿਲਾਂ ਸਥੂਲ ਸਰੀਰ ਨੂੰ, ਮੈਂ ਇਹ ਸਰੀਰ ਨਹੀਂ ਹਾਂ, ਮੈਂ ਇਹਦੇ ਤੋਂ ਨਿਆਰਾ ਹਾਂ, ਮੈਂ ਇਹਦੇ ਤੋਂ ਵੱਖਰਾ ਹਾਂ। ਫਿਰ ਅੱਗੇ ਪ੍ਰਾਣਾ ਤੱਕ ਪਹੁੰਚਿਆ, ਮੈਂ ਪ੍ਰਾਣ ਵੀ ਨਹੀਂ ਹਾਂ, ਮੈਂ ਇਹਨਾਂ ਪ੍ਰਾਣਾ ਤੋਂ ਨਿਆਰਾ ਵੱਖਰਾ ਹਾਂ। ਫਿਰ ਅੱਗੇ ਮਨ ਆ ਜਾਂਦਾ, ਮੈਂ ਮਨ ਵੀ ਨਹੀਂ ਹਾਂ, ਮੈਂ ਇਸ ਮਨ ਤੋਂ ਵੱਖਰਾ, ਇਹਦੇ ਤੋਂ ਨਿਆਰਾ ਹਾਂ। ਫਿਰ ਮੈਂ ਵਿਗਿਆਨ, ਮੈਂ ਬੁੱਧੀ ਵੀ ਨਹੀਂ ਹਾਂ, ਮੈਂ ਉਸ ਬੁੱਧੀ ਨੂੰ ਵੇਖਣ ਵਾਲਾ ਹਾਂ, ਤ੍ਰਿਸ਼ਟਾ ਹਾਂ, ਉਸ ਨੂੰ ਪ੍ਰਕਾਸ਼ਣੇ ਵਾਲਾ ਹਾਂ। ਫਿਰ ਅੱਗੇ ਆਨੰਦਮय ਕੋਸ਼ ਆ, ਮੈਂ ਆਨੰਦਮय ਕੋਸ਼ ਵੀ ਨਹੀਂ ਹਾਂ, ਮੈਂ ਇਸ ਨੂੰ ਵੀ ਪ੍ਰਕਾਸ਼ਣੇ ਵਾਲਾ, ਜਿਹੜਾ ਪੂੰਛ ਸਮਾਨ ਦੱਸਿਆ ਸੀ ਨਾ ਵੀ ਪੂੰਛ ਸਮਾਨ ਬ੍ਰਹਮ, ਮੈਂ ਉਹ ਹਾਂ। ਉੱਥੇ ਜਦੋਂ ਪਹੁੰਚ ਜਾਂਦਾ ਤੇ ਫਿਰ ਸੁਰਤੀ ਹੋ ਜਾਂਦੀ ਹੈ ਬ੍ਰਹਮਾਕਾਰ। ਇਹਨੂੰ ਲੈ ਚਿੰਤਨ ਕਹਿੰਦੇ ਆ। ਮੈਂ ਜਾਗਰਤ ਵੀ ਨਹੀਂ ਹਾਂ, ਮੈਂ ਸਵਪਨ ਵੀ ਨਹੀਂ ਹਾਂ, ਮੈਂ ਸੁਖੋਪਤੀ ਵਿੱਚ ਵੀ ਨਹੀਂ, ਇਹਨਾਂ ਨੂੰ ਵੇਖਣ ਵਾਲਾ ਸਾਖੀ ਹਾਂ। ਮੈਂ ਸਥੂਲ ਸਰੀਰ ਵੀ ਨਹੀਂ ਹਾਂ, ਮੈਂ ਸੂਖਸ਼ਮ ਸਰੀਰ ਵੀ ਨਹੀਂ ਹਾਂ, ਮੈਂ ਕਾਰਨ ਸਰੀਰ ਵੀ ਨਹੀਂ ਹਾਂ, ਮੈਂ ਇਹਨਾਂ ਦਾ ਦ੍ਰਿਸ਼ਟਾ, ਇਹਨਾਂ ਨੂੰ ਪ੍ਰਕਾਸ਼ਣੇ ਵਾਲਾ ਸਾਖੀ ਹਾਂ, ਆਤਮ ਸਵਰੂਪ ਹਾਂ। ਉਹ ਤੁਰਿਆ ਪਦ ਵਿੱਚ ਫਿਰ ਪਹੁੰਚਿਆ ਜਾਂਦਾ। ਇਹਨੂੰ ਲੈ ਚਿੰਤਨ ਕਹਿੰਦੇ ਆ ਮਹਾਂਪੁਰਸ਼। ਵੀ ਇਸ ਤਰ੍ਹਾਂ ਲੈ ਕਰਦੇ ਜਾਣਾ। ਸਥੂਲ ਸਰੀਰ ਨੂੰ ਪ੍ਰਾਣਾ 'ਚ ਲੈ ਕਰਨਾ, ਪ੍ਰਾਣਮय ਕੋਸ਼ ਨੂੰ ਫਿਰ ਲੈ ਕਰਨਾ ਮਨੋਮय ਕੋਸ਼ ਵਿੱਚ, ਮਨੋਮय ਕੋਸ਼ ਨੂੰ ਵਿਗਿਆਨਮय ਕੋਸ਼ ਵਿੱਚ ਲੈ ਕਰਨਾ, ਔਰ ਵਿਗਿਆਨਮय ਕੋਸ਼ ਨੂੰ ਆਨੰਦਮय ਕੋਸ਼ ਵਿੱਚ ਲੈ ਕਰਨਾ, ਔਰ ਆਨੰਦਮय ਕੋਸ਼ ਨੂੰ ਫਿਰ ਆਤਮਾ ਵਿੱਚ ਲੈ ਕਰਕੇ ਉੱਥੇ ਫਿਰ ਆਤਮ ਰਾਮ ਨਿਰੰਕਾਰ ਹੈ। ਇਸ ਤਰ੍ਹਾਂ ਮਹਾਂਪੁਰਸ਼ ਇਸ ਨੂੰ ਲੈ ਚਿੰਤਨ ਕਹਿੰਦੇ ਆ। ਸਾਨੂੰ ਤਾਂ ਸੁਣ ਕੇ ਚੇਤੇ ਰੱਖਣੇ ਵੀ ਔਖੇ ਨੇ, ਮਹਾਂਪੁਰਸ਼ ਇਹਦੀ ਸਾਧਨਾ ਕਰਦੇ ਆ। ਕਹਿ ਦਿੰਦੇ ਆ ਵੀ ਸਾਧ ਤਾਂ ਵਿਹਲੜ ਹੁੰਦੇ ਆ, ਸਾਧੂਆਂ ਦੀ ਬੰਦਗੀ ਹੈ। ਭਾਈ ਸਾਡੇ ਵਰਗਿਆਂ ਵਾਸਤੇ ਕਿੰਨੀ ਸਾਧਨਾ ਕਰ ਕਰਕੇ ਉਹਨਾਂ ਨੇ ਖੋਜਾਂ ਕਰ ਕਰਕੇ ਸਾਨੂੰ ਦੱਸੀਆਂ ਨੇ, ਵੀ ਤਾਂ ਜੋ ਅਸੀਂ ਸਾਧਨਾ ਕਰਦਿਆਂ ਆਪਣੇ ਉਸ ਨਿਜ ਰੂਪ ਨੂੰ ਪਛਾਣ ਸਕੀਏ। ਆ ਵਿਹਲੜ ਸਾਧਾਂ ਦੇ, ਜਿਹਨਾਂ ਨੂੰ ਕਹਿੰਦੇ ਨਾ ਵਿਹਲੜ ਸਾਧ, ਉਹਨਾਂ ਮਹਾਂਪੁਰਸ਼ਾਂ ਸਾਧੂਆਂ ਦੀ ਕਮਾਈ ਹੈ ਜਿਹੜੀ ਉਹਨਾਂ ਨੇ ਕਮਾ ਕੇ ਗਿਆਨ ਪ੍ਰਗਟ ਕੀਤਾ ਲੋਕਾਂ ਵਾਸਤੇ। ਅੱਜ ਇਸ ਗਿਆਨ ਨੂੰ ਪੂਰੇ ਵਿਸ਼ਵ ਭਰ ਦੇ ਲੋਕ, ਭਾਰਤ ਖੰਡ ਦੇ ਇਸ ਗਿਆਨ ਨੂੰ ਸਜਦਾ ਕਰਦੇ ਆ। ਬਾਹਰਲੇ ਦੇਸ਼ਾਂ ਦੇ, ਵਿਦੇਸ਼ਾਂ ਦੇ, ਪੱਛਮੀ ਸਭਿਅਤਾ ਦੇ ਪ੍ਰਭਾਵ ਥੱਲੇ ਦੱਬੇ ਹੋਏ ਲੋਕ ਵੀ ਇਸ ਫਿਲਾਸਫੀ ਨੂੰ ਨਮਸਕਾਰਾਂ ਕਰਦੇ ਆ। ਉਹ ਕਹਿੰਦੇ ਭਾਰਤ ਖੰਡ ਇਸ ਗੱਲੋਂ ਅਮੀਰ ਹੈ, ਉਹਨਾਂ ਕੋਲ ਆ ਵਿਰਸਾ ਹੈ, ਉਹਨਾਂ ਕੋਲ ਮਹਾਂਪੁਰਸ਼ਾਂ ਸਾਧੂਆਂ ਦੀ ਕਮਾਈ ਦਾ ਇਹ ਮਹਾਨ ਗਿਆਨ ਹੈ। ਉਹ ਇਹਨੂੰ ਨਮਸਕਾਰਾਂ ਕਰਦੇ ਆ। ਉਦਾਂ ਭਾਵੇਂ ਕਰਤੂਤਾਂ ਭਾਰਤੀਆਂ ਦੀਆਂ, ਬਹੁਤ ਲੋਕਾਂ ਦੀਆਂ, ਇਹਨਾਂ ਦੇ ਰਾਜਨੀਤਿਕ ਲੀਡਰਾਂ ਦੀਆਂ ਮਾੜੀਆਂ ਹੋਣਗੀਆਂ, ਪਰ ਇਹਨਾਂ ਕੋਲ ਆ ਜਿਹੜਾ ਵਿਰਸਾ ਹੈ ਬੜਾ ਅਮੀਰ ਹੈ। ਉਹ ਸਜਦਾ ਕਰਦੇ, ਨਮਸਕਾਰ ਕਰਦੇ। ਭਾਈ ਸਾਹਿਬ ਭਾਈ ਦਇਆ ਸਿੰਘ ਜੀ ਕਹਿੰਦੇ 5 ਕੋਸ਼ ਔਰ ਆ ਜਿਹੜੇ 3 ਸਰੀਰ ਨੇ, ਭਾਈ ਸਾਹਿਬ ਕਹਿੰਦੇ ਤੁਹਾਨੂੰ ਵਰਣਨ ਕਰਕੇ ਦੱਸੇ ਨੇ, ਸੁਣਾਏ ਨੇ।
ਸਤ ਚੇਤਨ ਆਨੰਦ ਸਰੂਪ। ਜਿਹੜਾ ਸਤ ਚੇਤਨ ਤੇ ਆਨੰਦ ਸਰੂਪ ਹੈ, ਜੋ ਸਤ ਹੈ, ਚੇਤਨ ਹੈ ਔਰ ਆਨੰਦ ਸਰੂਪ ਹੈ। ਸੂਖਮ ਤੇ ਸੂਖਮ ਅਨਰੂਪ। ਉਹ ਸੂਖਮ ਤੋਂ ਸੂਖਮ, ਅਨਰੂਪ ਉਹਦਾ ਕੋਈ ਰੂਪ ਹੀ ਨਹੀਂ ਹੈ। ਸੂਖਮ ਤੋਂ ਸੂਖਮ, ਸੂਖਸ਼ਮ ਤੋਂ ਸੂਖਸ਼ਮ ਹੈ। ਇੰਦਰੀय ਥੂਲ ਵਿਸ਼ੈ ਕਿਮ ਹੋਏ। ਤੇ ਆ ਇੰਦਰੀਆਂ ਤਾਂ ਥੂਲ ਲੈ ਕਿਵੇਂ ਵੇਖਣਗੀਆਂ ਉਸ ਸੂਖਸ਼ਮ ਨੂੰ? ਨਿੱਕਾ ਜਿਹਾ ਕਰੋਨਾ ਨਹੀਂ ਪਿਆ ਦਿਸਦਾ, ਕਿੰਨਾ ਸੂਖਮ ਹੈ। ਤੇ ਵਾਹਿਗੁਰੂ ਪ੍ਰਮਾਤਮਾ ਜਿਹੜਾ ਬ੍ਰਹਮ ਹੈ ਉਹ ਸੂਖਸ਼ਮ ਤੋਂ ਸੂਖਸ਼ਮ ਹੈ। ਸੂਖਸ਼ਮ ਤੋਂ ਸੂਖਸ਼ਮ ਕਹਿੰਦੇ ਆ ਜਿਹੜੀਆਂ ਥੂਲ ਇੰਦਰੀਆਂ ਨੇ ਇਹ ਉਹਨੂੰ ਕਿਵੇਂ ਵੇਖਣਗੀਆਂ ਭਲਾ? ਹਾਂਜੀ, ਬੁੱਧ ਸੂਖਮ ਤੇ ਲਖੀਏ ਪਰ ਸੋਏ। ਜਿਹੜੀ ਸਾਡੀ ਬੁੱਧੀ ਹੈ ਨਾ ਇਹ ਬੜੀ ਸੂਖਸ਼ਮ ਹੈ, ਇਹ ਜਾਣ ਸਕਦੀ ਹੈ ਉਸ ਨੂੰ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਉਹਨੂੰ ਕਹਿੰਦੇ ਨੇ ਆਤਮ ਵਿਸ਼ੈਣੀ ਬੁੱਧੀ। ਬੁੱਧੀ ਜਿਹੜੀ ਹੈ ਨਾ ਉਹ ਜਾਣ ਸਕਦੀ ਹੈ ਉਸ ਨੂੰ, ਆਤਮ ਵਿਸ਼ੈਣੀ। ਜਦੋਂ ਉਹਦੇ ਤੇ ਆਤਮਾ ਦਾ ਪ੍ਰਤਿਭਾਸ ਪਏਗਾ ਉਹ ਤਾਂ ਜਾਣ ਸਕਦੀ, ਉਹਦੇ ਨਿਕਟਵਰਤੀ ਹੁੰਦੀ ਹੈ ਨਾ ਇਹ, ਕਿਉਂਕਿ ਇਹ ਸ਼ੁੱਧ ਸਤਵ ਗੁਣ ਦੀ ਅੰਸ਼ ਤੋਂ ਬਣੀ ਹੈ ਸਾਡੀ ਬੁੱਧੀ। ਇਹ ਜਾਣ ਸਕਦੀ ਹੈ ਉਸ ਬ੍ਰਹਮ ਨੂੰ, ਇਹ ਇੰਦਰੀਆਂ ਨਹੀਂ ਜਾਣ ਸਕਦੀਆਂ। ਤਿਸ ਕੇ ਟਿਗ ਵਰਤੀ ਬੁੱਧ ਏਕ। ਕਿਉਂਕਿ ਇੱਕ ਬੁੱਧੀ ਹੈ ਜਿਹੜੀ ਬਿਲਕੁਲ ਉਹਦੇ ਨੇੜੇ ਚਲੀ ਜਾਂਦੀ ਹੈ, ਆਤਮਾ ਦੇ ਸਰੂਪ ਦੇ ਕੋਲ ਚਲੀ ਜਾਂਦੀ ਹੈ। ਜਾਂ ਤੇ ਇਹ ਲਖ ਸਕਹਿ ਵਿਵੇਕ। ਇਸ ਕਰਕੇ ਹੀ ਉਸ ਦਾ ਗਿਆਨ ਜਾਣ ਸਕਦੀ ਹੈ। ਰਚਿਓ ਜੋ ਮਨ ਕੋ ਮਹਿਦ ਪ੍ਰਵਾਹ। ਕੋਈ ਕਿਸੇ ਨੇ ਸਵਾਲ ਕੀਤਾ ਭਾਈ ਦਇਆ ਸਿੰਘ ਜੀ ਵੀ ਮਨ ਨਹੀਂ ਜਾਣ ਸਕਦਾ ਉਹਨੂੰ? ਭਾਈ ਸਾਹਿਬ ਕਹਿੰਦੇ ਨਹੀਂ, ਕਿਉਂਕਿ ਜਿਹੜਾ ਮਨ ਹੈ ਨਾ ਇਹਦਾ ਪ੍ਰਵਾਹ ਪਰਮੇਸ਼ਰ ਨੇ ਬਾਹਰ ਨੂੰ ਕੀਤਾ ਹੋਇਆ, ਇਹ ਬਾਹਰ ਨੂੰ ਹੀ ਜਾਂਦਾ ਹੈ। ਮਨ ਦਾ ਜਿਹੜਾ ਪ੍ਰਵਾਹ ਹੈ ਇਹਦਾ ਪ੍ਰਵਾਹ ਬਾਹਰ ਨੂੰ ਕੀਤਾ ਹੋਇਆ। ਹਾਂਜੀ, ਕਰਿਓ ਵਹਿਰ ਕੋ ਅੰਦਰ ਨਾਹੇ। ਇਹਦਾ ਬਾਹਰ ਦਾ ਪ੍ਰਵਾਹ ਹੈ, ਇਹਦਾ ਵੇਗ ਬਾਹਰ ਨੂੰ ਹੈ, ਇਹ ਅੰਦਰ ਨਹੀਂ ਜਾਂਦਾ। ਇਹ ਅੰਤਰਮੁਖੀ ਨਹੀਂ ਰਚਿਆ, ਇਹ ਬਾਹਰ ਹੀ ਰਚਿਆ ਹੋਇਆ ਹੈ। ਤਿਮ ਇੰਦਰੈ ਜੇ ਪੰਚਹੁ ਗਿਆਨ। ਇਸੇ ਤਰ੍ਹਾਂ ਜਿਹੜੀਆਂ ਪੰਜ ਗਿਆਨ ਇੰਦਰੀਆਂ ਨੇ ਸਾਡੀਆਂ, ਅੱਖਾਂ ਹਨ, ਨਾਸਕਾ ਹੈ, ਜ਼ੁਬਾਨ ਹੈ, ਕੰਨ ਨੇ, ਆ ਚਮੜੀ ਹੈ। ਇਹ ਜਿਹੜੀਆਂ ਪੰਜ ਗਿਆਨ ਇੰਦਰੀਆਂ ਨੇ, ਅੱਖਾਂ ਨਾਲ ਵੇਖਣ ਦਾ ਗਿਆਨ ਹੁੰਦਾ ਹੈ, ਕੰਨਾਂ ਨਾਲ ਸੁਣਨ ਦਾ ਗਿਆਨ ਹੁੰਦਾ ਹੈ, ਜ਼ੁਬਾਨ ਨਾਲ ਚੱਖਣ ਦਾ ਗਿਆਨ ਹੁੰਦਾ ਹੈ, ਨਾਸਕਾ ਨਾਲ ਸੁਗੰਧੀ ਦੁਰਗੰਧੀ ਦਾ ਗਿਆਨ ਹੁੰਦਾ ਹੈ, ਤੇ ਚਮੜੀ ਨਾਲ ਕੂਲੇ ਦਾ, ਠੰਡੇ ਗਰਮ ਦਾ ਉਹ ਅਹਿਸਾਸ ਗਿਆਨ ਹੁੰਦਾ ਹੈ। ਇਸ ਕਰਕੇ ਪੰਜ ਗਿਆਨ ਇੰਦਰੀਆਂ ਹਨ। ਇਨ ਕੋ ਪੀ ਕੀ ਵਹਿਰ ਪਿਆਨ। ਮਨ ਇਹਨਾਂ ਤੇ ਹੀ ਸਵਾਰ ਹੋ ਕੇ ਬਾਹਰ ਨੂੰ ਜਾਂਦਾ ਨਾ, ਕਦੇ ਅੱਖਾਂ ਰਾਹੀਂ ਬਾਹਰ ਦੌੜਦਾ ਹੈ, ਕੋਈ ਚੰਗੀ ਚੀਜ਼ ਵੇਖ ਲਈ ਮਨ ਕਹਿੰਦਾ ਚੱਲ ਵੇਖ, ਕੰਨਾਂ ਨਾਲ ਕੋਈ ਚੀਜ਼ ਸੁਣੀ ਉਧਰ ਚਲਾ ਗਿਆ, ਜ਼ੁਬਾਨ ਨਾਲ ਚੱਖੀ ਉਧਰ ਚਲਾ ਗਿਆ, ਨਾਸਕਾ ਨਾਲ। ਇਹ ਮਨ ਇਹਨਾਂ ਇੰਦਰੀਆਂ ਦੇ ਘੋੜਿਆਂ ਤੇ ਸਵਾਰ ਹੋ ਕੇ ਬਾਹਰ ਨੂੰ ਦੌੜਦਾ ਹੈ। ਪੰਚਹੁ ਵਿਸ਼ੈ ਵਹਿਰ ਕੋ ਗਹੈ। ਇਹ ਪੰਜੇ ਵਿਸ਼ੇ ਬਾਹਰ ਦੇ ਨੇ ਜਿਨ੍ਹਾਂ ਨੂੰ ਗ੍ਰਹਿਣ ਕਰਦਾ ਹੈ। ਕਿਸ ਪ੍ਰਕਾਰ ਮਨ ਕੋ ਨਹਿ ਲਹੈ। ਉਹ ਜਿਹੜੀਆਂ ਪੰਜ ਇੰਦਰੀਆਂ ਨੇ ਉਹ ਬਾਹਰ ਤਾਂ ਵੇਖ ਲੈਂਦੀਆਂ ਨੇ ਪਰ ਉਹ ਮਨ ਨੂੰ ਨਹੀਂ ਵੇਖ ਸਕਦੀਆਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅੱਖਾਂ ਨੂੰ ਮਨ ਵੇਖ ਰਿਹਾ ਪਰ ਅੱਖਾਂ ਨੂੰ ਮਨ ਤਾਂ ਨਹੀਂ ਦਿਸ ਰਿਹਾ। ਕੰਨਾਂ ਦੁਆਰਾ ਮਨ ਸੁਣ ਰਿਹਾ ਪਰ ਕੰਨ ਮਨ ਨੂੰ ਮਹਿਸੂਸ ਨਹੀਂ ਕਰ ਸਕਦੇ। ਜ਼ੁਬਾਨ ਨਾਲ ਅਸੀਂ ਸਵਾਦ ਚੱਖ ਲੈਨੇ ਆ, ਮਨ ਨੂੰ ਸਵਾਦ ਆ ਰਿਹਾ ਪਰ ਜ਼ੁਬਾਨ ਮਨ ਦਾ ਸਵਾਦ ਨਹੀਂ ਲੈ ਸਕਦੀ। ਯਾਨੀ ਕਿ ਇਹ ਜਿਹੜੀਆਂ ਗਿਆਨ ਇੰਦਰੀਆਂ ਨੇ ਸਾਡੀਆਂ, ਇਹ ਮਨ ਨੂੰ ਨਹੀਂ ਵੇਖ ਸਕਦੀਆਂ ਪਲਟ ਕੇ। ਹਾਂਜੀ, ਮਨ ਸਾਵਧਾਨ ਹੋਏ ਇਨ ਪ੍ਰੇਰੈ। ਮਨ ਸਾਵਧਾਨ ਹੋ ਕੇ ਇਹਨਾਂ ਨੂੰ ਪ੍ਰੇਰਦਾ ਹੈ, ਇਹਨਾਂ ਇੰਦਰੀਆਂ ਨੂੰ ਪ੍ਰੇਰਦਾ ਹੈ। ਪ੍ਰੇਰਤ ਕੋ ਹਟ ਕਰ ਨਹਿ ਹੇਰੈ। ਜਿਹੜਾ ਪ੍ਰੇਰਦਾ ਉਹ ਤਾਂ ਇਹਨਾਂ ਨੂੰ ਵੇਖਦਾ, ਪਰ ਉਹ ਜਿਹੜੀਆਂ ਇੰਦਰੀਆਂ ਜਿਨ੍ਹਾਂ ਨੂੰ ਪ੍ਰੇਰਿਆ ਜਾ ਰਿਹਾ ਉਹ ਨਹੀਂ ਆਪਣੇ ਪ੍ਰੇਰਕ ਨੂੰ ਵੇਖ ਸਕਦੀਆਂ ਵੀ ਸਾਨੂੰ ਪ੍ਰੇਰਨ ਵਾਲਾ ਕੌਣ ਹੈ। ਉਹ ਇੰਦਰੀਆਂ ਉਸ ਮਨ ਨੂੰ ਨਹੀਂ ਵੇਖ ਸਕਦੀਆਂ। ਮਨ ਸੂਖਮ ਇੰਦਰੈ ਹੈ ਥੂਲ। ਕਿਉਂ ਨਹੀਂ ਵੇਖ ਸਕਦੀਆਂ? ਕਿਉਂਕਿ ਇੰਦਰੀਆਂ ਸਥੂਲ ਨੇ ਤੇ ਮਨ ਸੂਖਸ਼ਮ ਹੈ। ਕਿਉਂਕਿ ਮਨ ਜਿਹੜਾ ਉਹ ਸਾਡੇ ਸਰੀਰ ਦਾ ਕੋਈ ਅੰਗ ਨਹੀਂ ਹੈ, ਉਹ ਇੱਕ ਭਾਵ ਹੈ ਫੁਰਨਿਆਂ ਕਫੁਰਨਿਆਂ ਦਾ, ਸੰਕਲਪ ਵਿਕਲਪਾਂ ਦੇ ਸਮੂਹ ਨੂੰ ਮਨ ਕਹਿੰਦੇ ਆ। ਮਨ ਸੂਖਸ਼ਮ ਹੈ, ਇੰਦਰੀਆਂ ਸਥੂਲ ਨੇ, ਇਸ ਕਰਕੇ ਉਹ ਮਨ ਨੂੰ ਨਹੀਂ ਵੇਖ ਸਕਦੀਆਂ। ਜਾਂ ਤੇ ਇਨ ਕੋ ਵਿਸ਼ੈ ਨ ਮੂਲ। ਇਸ ਕਰਕੇ ਇੰਦਰੀਆਂ ਦਾ ਵਿਸ਼ਾ ਮਨ ਨਹੀਂ ਹੈ। ਤੈਸੇ ਮਨ ਕੋ ਵਿਸ਼ੈ ਨ ਆਤਮ। ਹੁਣ ਮਨ ਤੋਂ ਵੀ ਸੂਖਸ਼ਮ ਆਤਮਾ ਹੈ। ਆਤਮਾ ਮਨ ਨੂੰ ਵੇਖ ਰਹੀ ਹੈ ਪਰ ਮਨ ਆਤਮਾ ਨੂੰ ਨਹੀਂ ਵੇਖ ਸਕਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿਉਂਕਿ ਅੱਗੇ ਆਤਮਾ ਦਾ ਉਹਦੇ ਤੋਂ ਵੀ ਸੂਖਸ਼ਮ ਹੈ। ਜਿਵੇਂ ਮਨ ਇੰਦਰੀਆਂ ਨੂੰ ਪ੍ਰੇਰਦਾ ਪਰ ਪ੍ਰੇਰਨ ਵਾਲੀਆਂ ਇੰਦਰੀਆਂ ਮਨ ਨੂੰ ਨਹੀਂ ਵੇਖ ਸਕਦੀਆਂ। ਕਿਉਂ ਨਹੀਂ ਵੇਖ ਸਕਦੀਆਂ? ਮਨ ਸੂਖਸ਼ਮ ਹੈ, ਇੰਦਰੀਆਂ ਸਥੂਲ ਨੇ। ਇਸੇ ਤਰ੍ਹਾਂ ਕਹਿੰਦੇ ਮਨ ਆਤਮਾ ਨੂੰ ਨਹੀਂ ਵੇਖ ਸਕਦਾ
ਕਿਉਂਕਿ ਆਤਮਾ ਮਨ ਤੋਂ ਜ਼ਿਆਦਾ ਸੂਖਸ਼ਮ ਹੈ। ਉਹ ਮਨ ਨੂੰ ਵੇਖ ਸਕਦੀ ਹੈ ਪਰ ਮਨ ਉਹਨੂੰ ਪਲਟ ਕੇ ਨਹੀਂ ਵੇਖ ਸਕਦਾ। ਇਸ ਕਰਕੇ ਬੁੱਧੀ ਜਿਹੜੀ ਹੈ ਉਹ ਸੂਖਸ਼ਮ ਹੈ, ਉਹ ਆਤਮਾ ਦੀ ਸੂਖਸ਼ਮਤਾਈ ਨੂੰ ਅਨੁਭਵ ਕਰਕੇ ਆਤਮ ਵਿਸ਼ੈਣੀ ਹੋ ਸਕਦੀ ਹੈ, ਮਨ ਨਹੀਂ। ਕਿਉਂਕਿ ਉੱਥੇ ਜਾ ਕੇ ਜਦੋਂ ਆਤਮ ਵਿਸ਼ੈਣੀ ਬੁੱਧੀ ਹੋ ਜਾਂਦੀ, ਮਨ ਖਤਮ ਹੀ ਹੋ ਜਾਂਦਾ, ਮਨ ਰਹਿ ਹੀ ਨਹੀਂ ਜਾਂਦਾ। ਉੱਥੇ ਫਿਰ ਮਨ ਸਿਮਟ ਜਾਂਦਾ ਹੈ। ਜਿਵੇਂ ਕਹਿੰਦੇ ਆ ਨਾ, ਵਿਦਵਾਨ ਕੇ ਗਿਆਨੀ ਕੇ ਮਨ ਨਹੀਂ ਹੋਤਾ। ਜਿਹੜਾ ਉਹ ਤਤਵ ਗਿਆਨੀ, ਉਹਦੇ ਅੰਦਰ ਮਨ ਰਹਿ ਹੀ ਨਹੀਂ ਜਾਂਦਾ, ਫੁਰਨਾ ਕਫੁਰਨਾ ਰਹਿ ਹੀ ਨਹੀਂ ਜਾਂਦਾ। ਰਾਜੇ ਜਨਕ ਨੇ ਆਖਿਆ ਘੋੜੇ ਤੇ ਚੜ੍ਹਦਿਆਂ ਕੋਈ ਗਿਆਨ ਕਰਾਵੇ। ਅਸ਼ਟਾਵਕਰ ਜੀ ਕਹਿੰਦੇ ਮੈਂ ਕਰਾਉਣਾ। ਭੇਟਾ ਕੀ ਦੇਗਾ? ਤਨ ਮਨ ਧਨ ਤਿੰਨਾਂ ਚੋਂ ਕੀ ਦੇਗਾ? ਕਹਿੰਦਾ ਮਨ ਦਿਨਾ। ਕਹਿੰਦੇ ਬਸ ਠੀਕ ਹੈ। ਚੜਨ ਲੱਗਾ, ਘੋੜੇ ਦੀ ਰਕਾਬ 'ਚ ਪੈਰ ਪਾਇਆ। ਅਸ਼ਟਾਵਕਰ ਜੀ ਕਹਿੰਦੇ ਠਹਿਰ, ਕਿਉਂਕਿ ਮੇਰਾ ਮਨ ਨਹੀਂ ਕਰਦਾ ਹੁਣ ਤੂੰ ਘੋੜੇ ਤੇ ਚੜੇ, ਕਿਉਂਕਿ ਤੇਰੇ 'ਚ ਮਨ ਰਿਹਾ ਹੀ ਨਹੀਂ। ਜਦੋਂ ਤੇਰੇ 'ਚ ਮਨ ਹੀ ਨਹੀਂ ਰਿਹਾ, ਤੂੰ ਹੁਣ ਘੋੜੇ ਦੇ ਕਿਉਂ ਚੜੇ ਬਈ? ਹੁਣ ਤੂੰ ਮੇਰੀ ਮਰਜ਼ੀ ਨਾਲ ਚੱਲਣਾ। ਕਹਿਣ ਤੋਂ ਭਾਵ ਕਿ ਗਿਆਨ ਦੀ ਅਵਸਥਾ ਦੇ ਵਿੱਚ ਮਨ ਸਿਮਟ ਜਾਂਦਾ ਹੈ, ਉਦੋਂ ਫਿਰ ਆਤਮ ਰਾਮ ਹੀ ਹੋ ਜਾਂਦਾ। ਉੱਥੇ ਫਿਰ ਅਵਸਥਾ ਬਣ ਜਾਂਦੀ। ਕਹੋ ਕਬੀਰ ਤੂੰ ਰਾਮ ਕੀ ਅੰਸ਼, ਕਹੋ ਕਬੀਰ ਇਹੋ ਰਾਮ ਕੀ ਅੰਸ਼। ਫਿਰ ਉਹ ਰਾਮ ਦੀ ਅੰਸ਼ ਹੀ ਹੋ ਜਾਂਦਾ ਹੈ। ਜਾਣ ਸਕੈ ਨਹਿ ਅਹੈ ਅਨਾਤਮ। ਕਹਿੰਦੇ ਉਹ ਮਨ ਨਹੀਂ ਜਾਣ ਸਕਦਾ, ਕਿਉਂਕਿ ਇਹ ਅਨਾਤਮ ਹੈ, ਮਨ ਜੜ ਹੈ। ਸੂਖਮ ਆਤਮ ਮਨ ਹੈ ਥੂਲ। ਆਤਮਾ ਸੂਖਸ਼ਮ ਹੈ ਔਰ ਮਨ ਸਥੂਲ ਹੈ। ਨਹੀਂ ਜਾਏ ਤਿਸ ਕੀ ਦਿਸ਼ ਭੂਲ। ਇਹ ਸਥੂਲ ਮਨ ਭੁੱਲ ਕੇ ਵੀ ਉਸ ਪਾਸੇ ਨਹੀਂ ਜਾਂਦਾ। ਪੰਚੋ ਇੰਦਰੈ ਮਨ ਖਸ਼ਟਮ ਹੈ। ਕਹਿੰਦੇ ਪੰਜ ਇੰਦਰੇ ਨੇ ਗਿਆਨ, ਤੇ ਉਹਨਾਂ ਵਿੱਚ ਛੇਵਾਂ ਮਨ ਹੈ। ਵਹਿਰ ਮੁਖੀ ਇਹ ਕਰੇ ਪ੍ਰਥਮ ਹੈ। ਇਹ ਬਾਹਰ ਮੁਖੀ ਕੀਤੇ ਹੋਏ ਨੇ, ਬਾਹਰ ਨੂੰ ਹੀ ਭਜਦੇ ਹਨ। ਜਾਂ ਤੇ ਹੱਥ ਹੋਏ ਇਸ ਰੀਤ। ਕਹਿੰਦੇ ਇਸ ਕਰਕੇ ਇਸ ਰੀਤੀ ਦੇ ਨਾਲ ਇਹਨਾਂ ਦਾ ਨਾਸ਼ ਹੁੰਦਾ। ਤ੍ਰਿਪਤੈ ਨਹੀਂ ਧਾਵਤੇ ਨੀਤ। ਇਹ ਤ੍ਰਿਪਤ ਨਹੀਂ ਹੁੰਦੇ, ਬਾਹਰ ਹੀ ਭੱਜੇ ਫਿਰਦੇ ਹਨ। ਬਿਨ ਸਤਿਗੁਰ ਕੀ ਸ਼ਰਣੀ ਪਰੇ। ਜਦੋਂ ਤੱਕ ਕੋਈ ਸਤਿਗੁਰਾਂ ਦੀ ਸ਼ਰਣੀ ਨਹੀਂ ਪੈ ਜਾਂਦਾ, ਅੰਤਰਮੁਖੀ ਨ ਬ੍ਰਿਤ ਕੋ ਕਰੇ। ਉਦੋਂ ਤੱਕ ਬਿਰਤੀ ਅੰਤਰਮੁਖੀ ਨਹੀਂ ਹੁੰਦੀ। ਬਿਰਤੀ ਅੰਤਰਮੁਖੀ ਹੁੰਦੀ ਜਦੋਂ ਕੋਈ ਸਤਿਗੁਰਾਂ ਦੀ ਸ਼ਰਨ ਆ ਜਾਏ। ਜਿਸ ਤੇ ਥਿਰ ਹੋਇ ਲਹੈ ਆਰਾਮ। ਫਿਰ ਉੱਥੇ ਥਿਰ ਹੋ ਕੇ ਆਰਾਮ ਲੈਂਦਾ, ਉੱਥੇ ਟਿਕਾ ਵਿੱਚ ਆ ਜਾਂਦਾ ਹੈ। ਪ੍ਰਾਪਤ ਹੋਏ ਆਪਨ ਤਨ ਧਾਮ। ਇਹਨੂੰ ਆਪਣਾ ਅਸਲੀ ਖਜ਼ਾਨਾ ਘਰ ਵਿੱਚੋਂ ਪ੍ਰਾਪਤ ਹੋ ਜਾਂਦਾ ਹੈ। ਬਿਗੜ ਗਏ ਜਿਮ ਪਸ ਹਰਿਆਓ। ਜਿਵੇਂ ਹਰੇ ਘਾਹ ਨੂੰ ਵੇਖ ਕੇ ਪਸ਼ੂ ਵਿਗੜ ਕੇ ਭੱਜ ਕੇ ਉਹਨੂੰ ਪੈਂਦਾ ਖਾਣ ਨੂੰ। ਜਿਤ ਕਿਤ ਦੌਰਤ ਸਹਿਜ ਸੁਭਾਉ। ਉਹ ਸਹਿਜ ਸੁਭਾਏ ਦੌੜਿਆ ਜਾਂਦਾ ਹਰਿਆਵਲ ਨੂੰ ਵੇਖ ਕੇ। ਸਦਾ ਜੀਵ ਕੋ ਬੜ ਦੁਖ ਦਾਨੀ। ਇਸੇ ਤਰ੍ਹਾਂ ਇਹ ਮਨ ਵੀ ਇਹਨਾਂ ਇੰਦਰੀਆਂ ਦੁਆਰਾ ਹਰਿਆਏ ਪਸ਼ੂ ਵਾਂਗੂ ਬਾਹਰ ਨੂੰ ਦੌੜਦਾ ਤੇ ਦੁਖਦਾਨੀ, ਦੁੱਖ ਦੇਣ ਵਾਲਾ ਹੁੰਦਾ। ਮ੍ਰਿਗ ਤ੍ਰਿਸ਼ਨਾ ਕੇ ਹਰਨ ਸਮਾਨੀ। ਜਾਂ ਮ੍ਰਿਗ ਤ੍ਰਿਸ਼ਨਾ ਦੇ ਹਿਰਨ ਵਾਂਗੂ ਭਟਕਦਾ ਹੈ। ਜਿਮ ਕਸਤੂਰੀ ਮਿਰਗ ਪਲਾਵੇ। ਜਿਵੇਂ ਕਸਤੂਰੀ ਅੰਦਰ ਹੀ ਹੁੰਦੀ ਹੈ ਹਿਰਨ ਦੇ, ਉਹ ਬਾਹਰ ਭੱਜਿਆ ਫਿਰਦਾ। ਠਹਿ ਰਹਿ ਮੁਖ ਜਬ ਨਾਭ ਲਗਾਵੇ। ਪਰ ਜਦੋਂ ਆਪਣੀ ਨਾਭੀ ਨੂੰ ਮੂੰਹ ਲਾਉਂਦਾ ਤੇ ਫਿਰ ਉਹ ਐਨ ਟਿਕ ਕੇ ਬਹਿ ਜਾਂਦਾ ਵੀ ਇਹ ਸੁਗੰਧੀ ਬਾਹਰ ਨਹੀਂ ਮੇਰੇ ਅੰਦਰ ਹੈ। ਤਿਮ ਹੀ ਬ੍ਰਹਮ ਕੋ ਜਬ ਇਹ ਜਾਣ ਹੈ। ਇਸੇ ਤਰ੍ਹਾਂ ਜਦੋਂ ਇਹ ਜੀਵ ਬ੍ਰਹਮ ਨੂੰ ਜਾਣ ਲੈਂਦਾ, ਆਪਣੇ ਨਿਜ ਸਰੂਪ ਨੂੰ ਜਾਣ ਲੈਂਦਾ, ਕਹੈ ਸਥਿਰਤਾ ਆਨੰਦ ਮਨ ਹੈ। ਫਿਰ ਸਥਿਰ ਹੋ ਜਾਂਦਾ, ਉੱਥੇ ਮਹਾਨ ਆਨੰਦ ਨੂੰ ਮਾਣਦਾ ਹੈ। ਦੋਹਰਾ ਵਸਤ ਵਿਚਾਰ ਤੇ ਆਵਤੇ ਮਨ ਭਾਵੈ ਬਿਸਰਾਮ। ਕਹਿੰਦੇ ਸਾਤਮ ਵਸਤੂ ਦੀ ਵਿਚਾਰ ਕਰਦਿਆਂ ਤੇ ਨਾਮ ਧਿਆਉਂਦਿਆਂ ਇਹ ਮਨ ਟਿਕ ਜਾਂਦਾ, ਵਿਸ਼ਰਾਮ ਯਾਨੀ ਕਿ ਲੈ ਹੋ ਜਾਂਦਾ। ਰਸ ਸਵਾਦਿਤ ਸੁਖ ਉਪਜੈ ਅਨੁਭਵ ਜਾ ਕੋ ਨਾਮ। ਕਹਿੰਦੇ ਉੱਥੇ ਸਵਾਦੀ ਰਸ ਪ੍ਰਗਟ ਹੁੰਦਾ, ਜਿਸ ਨੂੰ ਅਨੁਭਵ ਕਿਹਾ ਜਾਂਦਾ ਨਾ, ਉਹ ਅਨੁਭਵ ਪ੍ਰਕਾਸ਼ ਗਿਆਨ ਦਾ ਹਿਰਦੇ 'ਚ ਪ੍ਰਗਟ ਹੋ ਆਉਂਦਾ ਔਰ ਮਨ ਉਸੇ ਵਿੱਚ ਹੀ ਵਿਲੀਨ ਹੋ ਜਾਂਦਾ। ਇਹਦਾ ਆਪਣਾ ਸਰੂਪ ਖਤਮ ਹੋ ਜਾਂਦਾ, ਕਿਉਂਕਿ ਮਨ ਦਾ ਆਪਣਾ ਰੂਪ ਹੈ ਹੀ ਨਹੀਂ, ਇਹ ਤਾਂ ਰੂਪ ਹੈ। ਫਿਰ ਉਸੇ ਵਿੱਚ ਜਾ ਕੇ ਮਿਲ ਕੇ ਇੱਕਮਿਕ ਹੋ ਜਾਂਦਾ ਹੈ। ਅੱਗੇ ਹੋਰ ਆਤਮ ਵਿਚਾਰਾਂ ਜਿਹੜੀਆਂ ਨੇ ਉਹ ਜਾਰੀ ਹਨ। ਤ੍ਰਿਪਟੀ ਕੀ ਹੁੰਦੀ ਹੈ ਉਹ ਕਥਾ ਅੱਗੇ ਚੱਲੇਗੀ। ਜਿਹੜੇ 15 ਸਵਾਲ ਸਿੰਘਾਂ ਨੇ ਕੀਤੇ ਸਨ ਭਾਈ ਦਇਆ ਸਿੰਘ ਜੀ ਨੂੰ, ਉਹਨਾਂ ਦਾ ਜਵਾਬ ਭਾਈ ਸਾਹਿਬ ਜੀ ਨੇ ਇਸ ਪ੍ਰਕਰਣ ਵਿੱਚ ਸੰਪੰਨ ਕਰ ਦਿੱਤਾ ਹੈ। ਗੁਰੂ ਸਾਹਿਬ ਕਿਰਪਾ ਕਰਨ, ਸਾਡਾ ਗਾਵਿਆ ਸੁਣਿਆ ਥਾਂ ਪਵੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆਨੰਦ ਗੁਰੂ ਤੇ ਜਾਣਿਆ 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 ਵਾਹਿਗੁਰੂ 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 हे अच्युत हे पार ब्रह्म ਅਬਨਾਸੀ ਅਗਨਾਸ हे पूरन हे सर्वमय ਦੁਖ ਪੰਜਨ ਗੁਣਤਾਸ हे संगी हे निरंकार ਏ ਨਿਰਗੁਣ ਸਭ ਟੇਕ हे गोविंद हे गुण निधान ਜਾ ਕੈ ਸਦਾ ਵਿਵੇਕ हे अपरंपर हर हरे ਹੈ ਪੀ ਹੋਵਨ ਹਾਰ हे संतह कै सदा संग ਨਿਧਾਰਾ ਆਧਾਰ हे ठाकुर हों दासरो ਮੈਂ ਨਿਰਗੁਣ ਗੁਣ ਨਹੀਂ ਕੋਏ नानक दीजै नाम दान ਰਾਖੋ ਇਹ ਪਰੋਏ प्रभ शरणागति ਕਿਰਪਾ ਨਿਧ ਦਇਆਲ एक अखर हर मन बस्त ਨਾਨਕ ਹੋਤ ਨਿਹਾਲ वाहिगुरु नाम जहाज है ਚੜੇ ਸੋ ਉਤਰੇ ਪਾਰ जो शरदा कर से बंदे ਗੁਰ ਪਾਰ ਉਤਾਰਨ ਹਾਰ वाहिगुरु नाम जहाज है ਚੜੇ ਸੋ ਉਤਰੇ ਪਾਰ जो शरदा कर से बंदे ਗੁਰ ਪਾਰ ਉਤਾਰਨ ਹਾਰ वाहिगुरु जी का खालसा वाहिगुरु जी की फतेह।